ਰਾਮ ਸਰੂਪ ਪਣਖੀ ਦਾ ਨਾਵਲ ਹੈ ਪਿੰਡ ਦੀ ਮਿੱਟੀ। ਪਹਿਲਾ ਅੰਕ। ਕਹਿੰਦੇ ਅਜਮੇਰ ਫੜਿਆ ਗਿਆ। ਕਿਹੜਾ ਅਜਮੇਰ? ਉਹੀ ਜਿਹਦੀ ਲਾਸ਼ ਕਈ ਵਾਰੀ ਪਹਿਲਾਂ ਡਰੇਨ ਦੇ ਪੁਲ ਥੱਲਿਓਂ ਮਿਲੀ ਸੀ। ਫਿਰ ਉਹ ਫੜਿਆ ਕਿਵੇਂ ਗਿਆ? ਉਹੀ ਤਾਂ ਚਰਜ ਦੀ ਗੱਲ ਆ। ਬੰਦੇ ਤਾਂ ਸਜ਼ਾ ਕੱਟ ਕੇ ਵੀ ਆ ਗਏ ਤੇ ਉਹ ਹੁਣ ਫੜਿਆ ਗਿਆ। ਦੀਵਾਲੀ ਦਾ ਦਿਨ ਸੀ ਤੇ ਖੂਹ ਤੇ ਬੈਠੇ ਲੋਕ ਇਹੀ ਗੱਲਾਂ ਕਰੀ ਜਾ ਰਹੇ ਸੀ। ਉਹਦੇ ਕੰਨਾਂ 'ਚ ਇਹ ਗੱਲ ਪਈ ਸੀ ਤਾਂ ਉਹ ਵੀ ਉਹਨਾਂ 'ਚ ਜਾ ਕੇ ਚੌਂਕੜੀ ਤੇ ਬੈਠ ਗਿਆ। ਚੁੱਪਚਾਪ ਉਹਨਾਂ ਦੀਆਂ ਗੱਲਾਂ ਨੂੰ ਸੁਣਨ ਲੱਗਿਆ। ਸਵਾਲ ਕੋਈ ਨਹੀਂ ਕੀਤਾ, ਬਸ ਸੁਣੀ ਗਿਆ। ਉਹਦੇ ਮੁੰਡੇ ਨੇ ਕਾਰ ਦੇ 2-3 ਹਾਰਨ ਵਜਾਏ ਤਾਂ ਉੱਠ ਖੜਾ ਹੋਇਆ ਤੇ ਬੰਦਿਆਂ ਨੂੰ ਫਤਿਹ ਬੁਲਾ ਕੇ ਕਾਰ ਵੱਲ ਤੁਰ ਪਿਆ। ਪੋਤਾ ਬੋਲਿਆ, ਡੈਡੀ ਕੀ ਕਰਦੇ ਸੀ ਉੱਥੇ ਬੈਠੇ? ਮੁੜ ਕੇ ਘਰ ਨਹੀਂ ਪਹੁੰਚਣਾ? ਮੇਰੇ ਤਾਂ ਦੋਸਤਾਂ ਨੇ ਆਉਣਾ, ਨਾਲੇ ਆਪਾਂ ਨੂੰ ਕੈਂਚੀਆਂ 'ਤੇ ਵੀ ਟਾਈਮ ਲੱਗਣਾ। ਕੈਂਚੀਆਂ 'ਤੇ ਕਾਹਦਾ ਟਾਈਮ? ਲੈ ਭੁੱਲ ਗਏ ਹੁਣ? ਕਿੰਨੇ ਦਿਨਾਂ ਤੋਂ ਤਾਂ ਕਹੀ ਜਾਂਦੇ ਹੋ ਵੀ ਦੀਵਾਲੀ ਵਾਲੇ ਦਿਨ ਨਾਸ਼ਤਾ ਤੁਹਾਨੂੰ ਮੈਂ ਕੈਂਚੀਆਂ ਤੋਂ ਕਰਾਉਣਾ, ਮਾਲਵਾ ਰੈਸਟੋਰੈਂਟ 'ਚ। ਹਾਂ ਚਲੋ ਬਈ, ਫਿਰ ਤਾਂ ਦਿਨ ਤਾਂ ਖਾਸਾ ਚੜ੍ਹ ਆਇਆ। ਪਿੰਡ ਤੋਂ ਕੈਂਚੀਆਂ 5 ਕਿਲੋਮੀਟਰ ਦੂਰ ਸੀ। ਇਸ ਦੌਰਾਨ ਉਹਨੇ ਗੱਲ ਸੁਣਾਈ ਕਿ ਕਈ ਵਾਰੀ ਪਹਿਲਾਂ ਪਿੰਡ ਦੀ ਡਰੇਨ ਦੇ ਪੁਲ ਥੱਲਿਓਂ ਇੱਕ ਲਿਬੜੀ ਤਿਬੜੀ ਲਾਸ਼ ਮਿਲੀ ਸੀ। ਮੂੰਹ ਸਿਰ ਇੰਨਾ ਭੰਨਿਆ ਤੋੜਿਆ ਪਿਆ ਸੀ ਤੇ ਮਿੱਟੀ ਖੂਨ ਦੇ ਮੈਲੇ ਕੀਤੇ ਕੱਪੜਿਆਂ ਤੋਂ ਪਤਾ ਨਹੀਂ ਲੱਗਦਾ ਸੀ ਕਿ ਕਿਸ ਬੰਦੇ ਦੀ ਲਾਸ਼ ਹੈ। ਪੁਲਿਸ ਉਸ ਲਾਸ਼ ਨੂੰ ਚੁਕਵਾ ਕੇ ਅਕਾਲਗੜ੍ਹ ਦੇ ਹਸਪਤਾਲ ਵਿੱਚ ਲੈ ਗਈ ਤੇ ਪੋਸਟਮਾਰਟਮ ਤੋਂ ਪਹਿਲਾਂ ਲਾਸ਼ ਦੀ ਸ਼ਨਾਖਤ ਹੋਈ ਤਾਂ ਪਤਾ ਲੱਗਿਆ ਇਹ ਤਾਂ ਸੁਰਜਨ ਸਿੰਘ ਨੰਬਰਦਾਰ ਦਾ ਮੁੰਡਾ ਹੈ। ਅਜਮੇਰ ਸੁਰਜਨ ਸਿੰਘ ਨੇ FIR ਦਰਜ ਕਰਾਈ ਕਿ ਉਹਦੇ ਮੁੰਡੇ ਨੂੰ ਉਹਨਾਂ ਦੇ ਸ਼ਰੀਕੇ ਵਿੱਚੋਂ ਹੀ 2 ਬੰਦਿਆਂ ਨੇ ਕਤਲ ਕੀਤਾ ਹੈ। ਇਹ 2 ਬੰਦੇ ਹਨ ਬੰਤ ਸਿੰਘ ਤੇ ਉਹਦਾ ਪੁੱਤਰ ਗੁਰਜੰਟ ਸਿੰਘ। ਸੁਰਜਨ ਸਿੰਘ ਦਾ ਕਈ ਵਰ੍ਹਿਆਂ ਤੋਂ ਸ਼ਰੀਕਾਂ ਨਾਲ ਕੋਈ ਜ਼ਮੀਨ ਦਾ ਰੌਲਾ ਚੱਲ ਰਿਹਾ ਸੀ। ਅਖੀਰ ਉਹ ਅਦਾਲਤ ਵਿੱਚ ਜਾ ਕੇ ਜਿੱਤ ਗਏ ਸੀ ਤੇ ਪੁਲਿਸ ਦੀ ਮਦਦ ਨਾਲ ਜ਼ਮੀਨ ਦਾ ਕਬਜ਼ਾ ਵੀ ਲੈ ਲਿਆ। ਹੁਣ ਸੁਰਜਨ ਨੰਬਰਦਾਰ ਨੂੰ ਘਰੋੜ ਸੀ ਕਿ ਕਿਵੇਂ ਉਹ ਸ਼ਰੀਕਾਂ ਤੋਂ ਬਦਲਾ ਲਵੇ। ਨੰਬਰਦਾਰ ਦੇ 2 ਪੁੱਤ ਸੀ, ਵੱਡਾ ਇਹ ਅਜਮੇਰ ਤੇ ਛੋਟਾ ਦਿਆਲ। ਅਜਮੇਰ ਕਾਲਜ ਤੱਕ ਪੜ੍ਹਿਆ ਲਿਖਿਆ ਸੀ ਪਰ BA ਨਹੀਂ ਕੀਤੀ ਸੀ। ਖੇਤੀ ਦੇ ਕੰਮ 'ਚੋਂ ਕੋਈ ਦਿਲਚਸਪੀ ਵੀ ਨਹੀਂ ਸੀ ਲੈਂਦਾ। ਅੱਚਵੀ ਜੀ ਕਰਦਾ ਰਹਿੰਦਾ। ਛੋਟਾ ਦਿਆਲ +2 ਕਰਕੇ ਪੜ੍ਹਨੋਂ ਹਟ ਗਿਆ ਸੀ। ਖੇਤੀ 'ਚ ਉਹਦੀ ਪੂਰੀ ਰੁਚੀ ਸੀ। ਉਹ ਤਾਂ ਜਦੋਂ ਸਕੂਲ ਪੜ੍ਹਦਾ ਸੀ ਉਦੋਂ ਹੀ ਖੇਤ ਜਾਣ ਲੱਗਿਆ ਸੀ। ਉਹਦੀ ਪੂਰੀ ਗੱਲ ਹਾਲੇ ਖਤਮ ਨਹੀਂ ਹੋਈ ਸੀ ਕਿ ਤਰਸੇਮ ਉਹਦਾ ਮੁੰਡਾ ਬੋਲ ਉੱਠਿਆ, ਹਾਂ ਬਈ ਫਿਰ ਬ੍ਰੇਕਫਾਸਟ ਕਾਹਦਾ ਕਰਨਾ ਹੈ? ਬ੍ਰੈਡ ਪਕੌੜੇ ਜਾਂ ਹੋਰ ਕੀ? ਬ੍ਰੈਡ ਪਕੌੜੇ? ਕੀ ਗੱਲ ਹੋਈ ਪਾਪਾ? ਬ੍ਰੈਡ ਪਕੌੜੇ? ਥੂ ਥੂ। ਪੋਤਾ ਟੱਪ ਚੁੱਕਿਆ ਤੇ ਆਪਣੇ ਬਾਪ ਦੇ ਮੋਢੇ ਨੂੰ ਫੜਿਆ। ਟਿਕ ਕੇ ਬੈਠ, ਹੱਥ ਨਾ ਲਾ ਪਾਪਾ ਨੂੰ, ਬੈਲੈਂਸ ਵਿਗੜ ਜਾਣਾ ਤੇ ਇੱਥੇ ਹੀ ਹੋ ਜੂ ਸਭ ਦਾ ਬ੍ਰੇਕਫਾਸਟ। ਨੂੰਹ ਰਾਣੀ ਗੋਗੇ ਨੂੰ ਝਿੜਕ ਰਹੀ ਸੀ। ਕੈਂਚੀਆਂ ਦਾ ਚੌਂਕ ਆ ਗਿਆ ਸੀ। ਬਠਿੰਡਾ ਰੋਡ ਤੇ 3 ਵੱਡੇ ਹੋਟਲ ਸੀ। ਉਹ ਹਮੇਸ਼ਾ ਮਾਲਵਾ ਰੈਸਟੋਰੈਂਟ 'ਚ ਜਾਂਦੇ। ਦੀਵਾਲੀ ਵਾਲੇ ਦਿਨ ਉਹਨਾਂ ਦਾ ਇਹੋ ਵਰਤਾਰਾ ਸੀ। ਤਾਂ ਫਿਰ ਦੱਸ ਵੀ, ਗੋਭੀ ਦੇ ਪਰੌਂਠੇ? ਤਰਸੇਮ ਨੇ ਗੋਗੇ ਨੂੰ ਛੇੜਿਆ। ਇਹ ਜਾਣ-ਬੁੱਝ ਕੇ ਬ੍ਰੈਡ ਪਕੌੜਿਆਂ ਤੇ ਗੋਭੀ ਦੇ ਪਰੌਂਠਿਆਂ ਦੀ ਗੱਲ ਕਰਦਾ ਹੈ ਕਿਉਂਕਿ ਇਹ ਸਭ ਗੋਗੇ ਨੂੰ ਪਸੰਦ ਨਹੀਂ ਹੈ। ਮਾਲਵਾ ਰੈਸਟੋਰੈਂਟ ਦੇ ਵੱਡੇ ਹਾਲ 'ਚੋਂ ਪੰਜੇ ਪਸਰ ਕੇ ਕੁਰਸੀਆਂ ਉੱਤੇ ਬੈਠ ਗਏ। ਉਹ ਆਪ, ਉਹਦੀ ਘਰਵਾਲੀ, ਨੂੰਹ ਰਾਣੀ, ਤਰਸੇਮ ਤੇ ਗੋਗਾ। ਵੇਟਰ ਪਾਣੀ ਦੇ ਗਲਾਸ ਦੇ ਗਿਆ, ਇੱਕ ਭਰਿਆ ਜੱਗ ਵੀ। ਪਨੀਰ ਵਾਲੇ ਤੰਦੂਰੀ ਪਰੌਂਠਿਆਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਇਹ ਪਨੀਰ ਵਾਲੇ ਤੰਦੂਰੀ ਪਰੌਂਠੇ ਹੀ ਗੋਗੇ ਦੀ ਪਸੰਦ ਸੀ। ਨਾਲ ਨੂੰ ਦਹੀਂ ਤੇ ਅੰਬ ਦਾ ਅਚਾਰ। ਉਹ ਚਾਹੁੰਦਾ ਸੀ ਸੁਰਜਨ ਨੰਬਰਦਾਰ ਦੀ ਗੱਲ ਸਿਰੇ ਲਾਈ ਜਾਵੇ। ਉਹਨੇ 2 ਵਾਰ ਬੋਲਣ ਦੀ ਕੋਸ਼ਿਸ਼ ਵੀ ਕੀਤੀ ਪਰ ਸਭ ਪਰੌਂਠਿਆਂ ਦੇ ਸਵਾਦ 'ਚ ਆਪਣਾ ਹੀ ਸੰਸਾਰ ਰਚੀ ਬੈਠੇ ਸੀ। ਦੌਲਤਪੁਰ ਪਿੰਡ ਦੀ ਗੱਲ ਵਿੱਚ ਉਹਨਾਂ ਨੂੰ ਕੋਈ ਦਿਲਚਸਪੀ ਨਹੀਂ ਰਹਿ ਗਈ ਸੀ। ਅੰਗ ਦੂਸਰਾ। ਦੌਲਤਪੁਰ ਪਿੰਡ ਛੱਡਿਆਂ ਉਹਨੂੰ 40 ਸਾਲ ਗੁਜ਼ਰ ਚੁੱਕੇ ਸਨ। ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਨਕਸਲਵਾੜੀ ਮੁੰਡਿਆਂ ਨੇ ਉਹਦਾ ਪਿਓ ਮਾਰਤਾ ਸੀ। ਉਹਦੀ ਆਪਣੀ ਜਾਨ ਨੂੰ ਵੀ ਖਤਰਾ ਸੀ। ਇਸ ਕਰਕੇ ਹੀ ਉਹਨੇ ਪਿੰਡ ਛੱਡ ਦਿੱਤਾ ਸੀ ਤੇ ਆਪਣਾ ਲਕਾ ਤੁਕਾ ਲੈ ਕੇ ਨੇੜੇ ਦੇ ਸ਼ਹਿਰ ਅਕਾਲਗੜ੍ਹ ਆ ਵਸਿਆ ਸੀ। ਅਸਲ 'ਚ ਉਹ ਮੁੰਡੇ ਨਕਸਲਵਾੜੀਏ ਕਾਹਨੂੰ ਸੀ? ਬਸ ਨਾਂ ਧਰਾ ਰੱਖਿਆ ਸੀ ਨਕਸਲਵਾੜੀ ਹੋਣ ਦਾ। ਉਹਦੇ ਬਾਪ ਦੀ ਬਹੀ 'ਚ ਉਹਨਾਂ ਦੇ ਪਿਓਆਂ ਦੇ ਨਾਂ ਕਈ ਲੱਖ ਰੁਪਇਆ ਵਿਆਜੂ ਚੱਲ ਰਿਹਾ ਸੀ। ਪਹਿਲਾਂ ਉਹਨਾਂ ਮੁੰਡਿਆਂ ਨੇ ਉਹਦੇ ਬਾਪ ਦੀ ਪੁੜਪੁੜੀ ਤੇ ਪਿਸਤੌਲ ਧਰ ਕੇ ਉਸ ਬਹੀ ਕਬਜ਼ੇ 'ਚ ਕੀਤੀ। ਫਿਰ ਘਰੋਂ ਬਾਹਰ ਲਿਜਾ ਕੇ ਸੱਚਮੁੱਚ ਹੀ ਉਹਦੀ ਪੁੜਪੁੜੀ 'ਚ ਪਿਸਤੌਲ ਦੀ ਗੋਲੀ ਠੰਡੀ ਕਰਤੀ। ਉਹਨਾਂ 2 ਮੁੰਡਿਆਂ ਨੇ ਹੋਰ ਕਈ ਜੱਟ ਘਰਾਂ ਦਾ ਪਾਰ ਉਤਾਰਾ ਕਰਤਾ ਸੀ। ਅੰਦਰੋਂ ਅੰਦਰੀ ਕਰਜ਼ਦਾਰ ਉਹਨਾਂ ਮੁੰਡਿਆਂ ਨੂੰ ਸਹੀ ਮਾਅਨਿਆਂ 'ਚ ਨਕਸਲਵਾੜੀ ਮੰਨੀ ਬੈਠੇ ਸੀ, ਜਦਕਿ ਅਸਲ ਮੁੰਡਿਆਂ ਦੀ ਨਿਗਾਹ 'ਚ ਉਹ ਦੋਸ਼ੀ ਸਾਬਤ ਹੋਏ ਸਨ, ਜਿਨ੍ਹਾਂ ਨੇ ਪਾਰਟੀ ਲਾਈਨ ਦੇ ਉਲਟ ਇੱਕ ਵੱਡੀ ਲੜਾਈ ਨੂੰ ਛੋਟੀ ਬਣਾ ਕੇ ਰੱਖ ਦਿੱਤਾ ਸੀ। ਅਸਲੀ ਮੁੰਡਿਆਂ ਨੇ ਤਾਂ ਫਿਰ ਉਹਨਾਂ
ਨਾਮ ਨਿਹਾਦ ਮੁੰਡਿਆਂ ਨੂੰ ਵੀ ਖਤਮ ਹੀ ਕੀਤਾ। ਉਹਦੇ ਬਾਪ ਦਾ ਕਤਲ ਕਰਨ ਵਾਲੇ ਉਹਨਾਂ 2 ਮੁੰਡਿਆਂ ਨੂੰ 5-7 ਦਿਨਾਂ ਬਾਅਦ ਹੀ ਮੁਕਾ ਦਿੱਤਾ ਗਿਆ ਸੀ। ਉਦੋਂ ਉਹਨੂੰ ਨਕਸਲਵਾੜੀ ਮੁੰਡਿਆਂ ਦੀ ਕਿਸੇ ਲੜਾਈ ਦਾ ਕੋਈ ਇਲਮ ਨਹੀਂ ਸੀ। ਉਦੋਂ ਅਜੇ ਉਹਦਾ ਵਿਆਹ ਵੀ ਨਹੀਂ ਸੀ ਹੋਇਆ। ਉਹ ਇਕੱਲਾ ਪੁੱਤ ਸੀ। ਵੱਡੀਆਂ ਭੈਣਾਂ 3 ਭੈਣਾਂ ਕਦੋਂ ਦੀਆਂ ਵਿਆਹ ਵਰ ਦਿੱਤੀਆਂ ਸਨ ਤੇ ਆਪਣੇ ਘਰੀ ਵਸਦੀਆਂ ਰਸਦੀਆਂ ਸਨ। ਬਾਪ ਦੀ ਮੌਤ ਸਮੇਂ ਉਹਦੀ ਉਮਰ 20 ਤੋਂ ਵੱਧ ਨਹੀਂ ਸੀ। ਉਹਦਾ ਵਿਆਹ ਅਕਾਲਗੜ੍ਹ ਆ ਕੇ ਹੀ ਹੋਇਆ। ਦੌਲਤਪੁਰ ਤੋਂ ਆ ਕੇ ਅਕਾਲਗੜ੍ਹ ਦੇ ਸਦਰ ਬਾਜ਼ਾਰ 'ਚ ਉਹਨੇ ਪਹਿਲਾਂ ਇੱਕ ਗੁੜ ਚਾਹ ਦੀ ਦੁਕਾਨ ਉੱਤੇ ਨੌਕਰੀ ਕੀਤੀ ਸੀ। ਇਸ ਦੁਕਾਨ ਦੀ ਮਸ਼ਹੂਰੀ ਅਕਾਲਗੜ੍ਹ ਵਿੱਚ ਹੀ ਨਹੀਂ, ਆਲੇ ਦੁਆਲੇ ਦੇ 10-20 ਪਿੰਡਾਂ 'ਚ ਸੀ। ਦੂਰ ਦੂਰ ਤੱਕ ਉਹਨਾਂ ਦੀ ਦੁਕਾਨ ਦਾ ਸੌਦਾ ਜਾਂਦਾ। ਗੱਡਿਆਂ ਵਾਲੇ ਤੇ ਊਠ ਰੇਹੜੀਆਂ ਵਾਲੇ ਨਿੱਤ ਆਉਂਦੇ। ਕਹਿਣ ਨੂੰ ਇਹ ਗੁੜ ਚਾਹ ਦੀ ਦੁਕਾਨ ਸੀ, ਪਰ ਇੱਥੋਂ ਪਿੰਡਾਂ ਦੇ ਘਰਾਂ 'ਚ ਵਰਤਣ ਵਾਲੀ ਹਰ ਚੀਜ਼ ਮਿਲਦੀ ਸੀ। ਉਹਦੇ ਜਿਹੇ ਉਸ ਦੁਕਾਨ ਤੇ ਹੋਰ ਵੀ 5-7 ਨੌਕਰ ਸੀ। ਉਹਨੇ ਪਿੰਡ 'ਚ ਆਪਣੇ ਬਾਪ ਦੀ ਦੁਕਾਨ ਤੇ ਕੰਮ ਕੀਤਾ ਹੋਇਆ ਸੀ। ਇਸ ਕਰਕੇ ਉਹਨੂੰ ਗਾਹਕਾਂ ਨਾਲ ਵਰਤ ਵਿਹਾਰ ਦਾ ਸਭ ਪਤਾ ਸੀ। ਮਿੱਠਾ ਬੋਲਣਾ, ਦੁਕਾਨ ਮਾਲਕ ਦਾ ਫਾਇਦਾ ਸੋਚਣਾ ਉਹਦੇ ਪੱਕੇ ਅਸੂਲ ਸੀ। ਦਿਨਾਂ ਵਿੱਚ ਉਹ ਛਾ ਗਿਆ ਤੇ ਦੁਕਾਨ ਮਾਲਕ ਨੂੰ ਕੰਮ ਕਰਕੇ ਦਿਖਾਇਆ। ਉਹ ਮੋਹਰੀ ਨੌਕਰਾਂ 'ਚ ਗਿਣਿਆ ਜਾਣ ਲੱਗਿਆ। ਉਸ ਗੁੜ ਚਾਹ ਦੀ ਦੁਕਾਨ ਦੀ ਪੱਕੀ ਨਿਸ਼ਾਨੀ ਇੱਕ ਹਰੀ ਭਰੀ ਟਾਹਲੀ ਸੀ। ਇਹ ਟਾਹਲੀ ਫੁੱਟਪਾਥ ਤੋਂ ਪਾਰ ਦੁਕਾਨ ਦੇ ਐਨ ਸਾਹਮਣੇ ਸੀ। ਪਿੰਡਾਂ ਦੇ ਲੋਕ ਇਹਨੂੰ ਟਾਹਲੀ ਵਾਲੀ ਦੁਕਾਨ ਵੀ ਕਹਿੰਦੇ। ਉਹਨੇ 4-5 ਸਾਲ ਟਿਕ ਕੇ ਟਾਹਲੀ ਵਾਲੀ ਦੁਕਾਨ ਤੇ ਕੰਮ ਕੀਤਾ ਤੇ ਫਿਰ ਪੁਰਾਣੇ ਬੱਸ ਅੱਡੇ ਤੇ ਇੱਕ ਛੋਟੀ ਦੁਕਾਨ ਕਿਰਾਏ ਤੇ ਲੈ ਕੇ ਆਪ ਦੁਕਾਨ ਕਰਨ ਲੱਗਿਆ। ਇਹ ਵੀ ਉਹਦੀ ਗੁੜ ਚਾਹ ਦੀ ਦੁਕਾਨ ਸੀ। ਉਹ ਸਦਰ ਬਾਜ਼ਾਰ ਦੀ ਟਾਹਲੀ ਵਾਲੀ ਦੁਕਾਨ ਤੋਂ ਮਾਲ ਉਧਾਰ ਲੈ ਆਉਂਦਾ ਤੇ ਹੌਲੀ ਹੌਲੀ ਪੈਸੇ ਮੋੜਦਾ ਰਹਿੰਦਾ। ਵੱਡੇ ਸੇਠ ਨੂੰ ਉਹਦੇ ਉੱਤੇ ਪੂਰਾ ਇਤਬਾਰ ਸੀ। ਮਾਲ ਉਧਾਰ ਦੇਣ ਤੋਂ ਕਦੇ ਇਨਕਾਰ ਨਹੀਂ ਕੀਤਾ ਤੇ ਨਾ ਹੀ ਪੈਸੇ ਮੰਗਦਾ ਸੀ। ਇੱਕ ਤਰ੍ਹਾਂ ਨਾਲ ਪੁਰਾਣੇ ਅੱਡੇ ਵਾਲੀ ਇਹ ਦੁਕਾਨ ਟਾਹਲੀ ਵਾਲੀ ਵੱਡੀ ਦੁਕਾਨ ਦੀ ਬ੍ਰਾਂਚ ਹੀ ਸੀ। ਟਾਹਲੀ ਵਾਲੀ ਦੁਕਾਨ ਵਾਂਗ ਹੀ ਇਹ ਛੋਟੀ ਦੁਕਾਨ ਵੀ ਪੂਰੀ ਕਾਮਯਾਬੀ ਨਾਲ ਚੱਲਦੀ। ਪਿੰਡਾਂ ਦੇ ਲੋਕ ਕਈ ਵਾਰ ਤਾਂ ਇੱਥੋਂ ਹੀ ਸੌਦਾ ਲੈਂਦੇ ਤੇ ਉਹਨੀ ਪੈਰੀ ਪਿੰਡਾਂ ਨੂੰ ਮੁੜ ਜਾਂਦੇ। ਉਹਦਾ ਭਾਅ ਟਾਹਲੀ ਵਾਲੀ ਦੁਕਾਨ ਦੇ ਐਨ ਬਰਾਬਰ ਸੀ। ਮਾਲ ਵੀ ਉਹੀ, ਖਰੇ ਦਾ ਖਰਾ, ਕੋਈ ਠੱਗੀ ਠੋਰੀ ਨਹੀਂ। ਇਹ ਸਭ ਗੱਲਾਂ ਪਿੰਡ ਦੇ ਲੋਕ ਜਾਣਦੇ ਸੀ। ਉਹਦੀ ਇੰਨੀ ਸੋਹਣੀ ਦੁਕਾਨ ਚੱਲਦੀ ਦੇਖ ਕੇ ਉਹਨੂੰ ਰਿਸ਼ਤਾ ਹੋ ਗਿਆ। ਉਹਦੀ ਮਾਂ ਨੇ ਸੁੱਖ ਦਾ ਸਾਹ ਲਿਆ, ਜਿਵੇਂ ਉਹਦੀ ਆਤਮਾ ਠਰ ਗਈ ਹੋਵੇ। ਉਹਨੂੰ ਆਪਣੇ ਘਰ ਵਾਲੇ ਦਾ ਕਤਲ ਭੁੱਲਣ ਲੱਗਿਆ। ਟੱਬਰ ਗਾਂਹ ਤੁਰ ਪਿਆ ਸੀ ਤੇ ਘਰ ਵਾਲੇ ਦੀ ਯਾਦ ਆਪ ਹੀ ਹੌਲੀ ਹੌਲੀ ਮੱਧਮ ਪੈਣ ਲੱਗੀ। ਅੰਗ ਤੀਸਰਾ। ਅਜਮੇਰ ਦੇ ਕਤਲ ਕੇਸ 'ਚ ਬੰਤ ਸਿੰਘ ਤੇ ਉਹਦੇ ਪੁੱਤਰ ਗੁਰਜੰਟ ਸਿੰਘ ਨੂੰ 20 ਸਾਲੀ ਸਜ਼ਾ ਹੋਈ। ਇਸ ਮੁਕੱਦਮੇ 'ਚ ਦੋਵੇਂ ਧਿਰਾਂ ਦਾ ਬਹੁਤ ਪੈਸਾ ਖਰਚ ਹੋਇਆ ਸੀ। ਵਕੀਲਾਂ ਨੇ ਲੁੱਟ ਕੇ ਖਾ ਲਈਆਂ ਦੋਵੇਂ ਧਿਰਾਂ। ਗਵਾਹੀਆਂ ਦੇਣ ਵਾਲੇ ਰੱਜਦੇ ਹੀ ਨਹੀਂ ਸੀ। ਝੂਠੀਆਂ ਗਵਾਹੀਆਂ ਦਾ ਮੁੱਲ ਪੈ ਰਿਹਾ ਸੀ। ਸੁਰਜਨ ਨੰਬਰਦਾਰ ਦੇ ਵਕੀਲ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀ ਕਿ ਦੋਵਾਂ ਮੁਜਰਮਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲੇ। ਬੰਤ ਸਿੰਘ ਦੇ ਵਕੀਲ ਦਾ ਦਾਅਵਾ ਸੀ ਕਿ ਉਹਨਾਂ ਨੂੰ ਫਾਂਸੀ ਨਹੀਂ ਲੱਗਣ ਦੇਵੇਗਾ, ਹੋਰ ਜੋ ਮਰਜ਼ੀ ਸਜ਼ਾ ਮਿਲੇ। ਉਹਨਾਂ ਦੀ ਸਜ਼ਾ ਦੇ 10-12 ਸਾਲ ਪੂਰੇ ਹੋਣ ਵਾਲੇ ਹੀ ਸੀ ਕਿ ਅਜਮੇਰ ਪੰਚਕੂਲੇ ਤੋਂ ਫੜਿਆ ਗਿਆ। ਗੱਲ ਖੁੱਲੀ ਕਿ ਉਹ ਉੱਥੇ ਆਪਣਾ ਨਾਂ ਅਸ਼ੋਕ ਕੁਮਾਰ ਰੱਖ ਕੇ ਇੱਕ ਹੋਟਲ ਚਲਾ ਰਿਹਾ ਸੀ। ਸਿਰ ਦੇ ਵਾਲ ਕਟਵਾ ਰੱਖੇ ਸੀ, ਬਾਬੂ ਬਣਿਆ ਸੀ। ਸੁਰਜਨ ਸਿੰਘ ਨੰਬਰਦਾਰ ਮਰ ਚੁੱਕਿਆ ਸੀ। ਦਿਆਲ ਦਾ ਵਿਆਹ ਹੋ ਗਿਆ, ਉਹ ਬਾਲ ਬੱਚੇਦਾਰ ਸੀ। ਸਾਰੀ ਜ਼ਮੀਨ ਉਹਦੇ ਕਬਜ਼ੇ 'ਚ ਸੀ। ਅਜਮੇਰ ਨੇ ਦੂਰ ਬੈਠੇ ਵੀ ਕਦੇ ਉਹ ਤੋਂ ਹਿੱਸਾ ਨਹੀਂ ਮੰਗਿਆ, ਨਾ ਜ਼ਮੀਨ ਦਾ ਨਾ ਫਸਲਵਾੜੀ ਦਾ। ਪਰ ਦੋਵੇਂ ਭਰਾ ਕਿਵੇਂ ਨਾ ਕਿਵੇਂ ਮਿਲਦੇ ਰਹਿੰਦੇ ਤੇ ਆਪਣੀ ਆਪਣੀ ਕਬੀਲਦਾਰੀ ਦਾ ਦੁੱਖ ਸੁੱਖ ਕਰਦੇ। ਅਜਮੇਰ ਨੇ ਵੀ ਵਿਆਹ ਕਰਵਾ ਲਿਆ। ਉਹ ਵੀ ਹੁਣ ਬਾਲ ਬੱਚੇਦਾਰ ਸੀ। ਦੋਵੇਂ ਕਿਸੇ ਗੁਪਤ ਥਾਂ ਬੈਠ ਕੇ ਇਹੀ ਝੇੜਾ ਕਰਦੇ ਕਿ ਉਹਨਾਂ ਦੇ ਬਾਪ ਨੇ ਕੀ ਕੱਢ ਲਿਆ ਇਹ ਕਹਾਣੀ ਬਣਾ ਕੇ। ਸ਼ਰੀਕਾਂ ਤੋਂ ਆਪਣਾ ਬਦਲਾ ਲੈਣ ਦਾ ਕੀ ਲਾਭ ਹੋਇਆ ਉਹਨੂੰ? ਇੱਕ ਬਸ ਜੱਟ ਬੁੱਧੀ ਪੁਗਾਈ ਉਹਨੇ। ਅਗਲਿਆਂ ਨੂੰ 20 ਸਾਲਾਂ ਲਈ ਅੰਦਰ ਕਰਾਤਾ ਤਾਂ ਕਿ ਆਪ ਵੀ ਤਾਂ ਘਰ ਪੱਟ ਲਿਆ। ਅਜਮੇਰ ਆਖਦਾ, ਆ ਬੈਠਾ ਮੈਂ ਘਰੋਂ ਕੱਢਿਆ ਵੱਢਿਆ ਤੇ ਸੰਨਿਆਸ ਭੋਗਦਾ। ਡਰ ਕਰਕੇ ਮੈਨੂੰ ਅੱਧੀ ਰਾਤ ਜਾਗ ਆ ਜਾਂਦੀ ਹੈ, ਕਿਤੇ ਫੜਿਆ ਨਾ ਜਾਵਾਂ। ਹੋਟਲ ਦੀ ਕਮਾਈ ਦਾ ਅੰਤ ਹਿਸਾਬ ਨਹੀਂ। ਘਰ ਵਾਲੀ ਨੂੰ ਧੋਖਾ ਦਿੱਤਾ ਹੋਇਆ। ਉਸ ਵਿਚਾਰੀ ਦਾ ਕੀ ਕਸੂਰ? ਮੇਰੇ 2 ਜਵਾਕ ਵੀ ਜੰਮਤੇ। ਆਪਣੇ ਜਾਨ 'ਚ ਅਸ਼ੋਕ ਕੁਮਾਰ ਹੋਟਲ ਮਾਲਕ ਦੀ ਬੀਵੀ ਏ। ਉਹ ਸਾੜੀ ਲਾ ਕੇ ਬੜੇ ਅਭਿਮਾਨ ਨਾਲ ਮਾਰਕੀਟ 'ਚ ਸ਼ਾਪਿੰਗ ਕਰਨ ਜਾਂਦੀ ਹੈ। ਮੈਨੂੰ ਤਾਂ ਡਰ ਹੈ, ਜੇ ਗੱਲ ਖੁੱਲ੍ਹ ਗਈ ਆਪਣਾ ਦੂਜੀ ਵਾਰ ਘਰ ਨਾ ਪੱਟਿਆ ਜਾਏ। ਬਾਪੂ ਨੇ ਜਿੰਨੀ ਗਹਿਣੇ ਧਰੀ ਸੀ ਹੁਣ ਕਿਤੇ ਜਾ ਕੇ ਸਾਰੀ ਛਡਾਈ ਹੈ। ਮੈਂ ਤਾਂ ਭਾਈ ਜ਼ਮੀਨ ਕਬਜ਼ੇ 'ਚ ਕਰਨ ਵਿੱਚ ਹੀ ਰਿਹਾ ਹੁਣ ਤਾਈਂ। ਬਾਪੂ ਦੀ ਪੁੱਠੀ ਮੱਤ ਨੇ ਘਰ ਤਬਾਹ ਕਰਕੇ ਰੱਖਤਾ ਆਪਣਾ। ਦਿਆਲ ਦਾ ਦੁੱਖ ਵੀ ਇਹੀ ਸੀ। ਕਿਸੇ ਨੇ ਅਜਿਹੀ ਮੁਖਬਰੀ ਕੀਤੀ ਕਿ ਅਜਮੇਰ ਪੰਚਕੂਲੇ ਤੋਂ ਫੜਿਆ ਗਿਆ।
ਪਰ ਇਹ ਕਤਲ ਕੇਸ ਦਾ ਦਾਇਰ ਕਰਨ ਵਾਲਾ ਸੁਰਜਨ ਸਿੰਘ ਤਾਂ ਮਰ ਚੁੱਕਿਆ ਸੀ। ਪਿੰਡ ਦੌਲਤਪੁਰ 'ਚ ਇਹ ਖਬਰ ਪਹੁੰਚੀ ਤਾਂ ਪਿੰਡ ਨਾ ਹੱਸੇ ਨਾ ਰੋਵੇ। ਕਹਾਣੀ ਸਮਝ 'ਚ ਆਉਂਦੀ ਸੀ, ਨਹੀਂ ਵੀ ਆਉਂਦੀ ਸੀ। ਬੰਤ ਸਿੰਘ ਤੇ ਗੁਰਜੰਟ ਸਿੰਘ ਦੀ ਸਜ਼ਾ ਹਾਲੇ ਪੂਰੀ ਨਹੀਂ ਹੋਈ ਸੀ। ਉਹਨਾਂ ਨੇ ਅਪੀਲ ਕੀਤੀ ਤਾਂ ਉਹ 2-4 ਮਹੀਨਿਆਂ ਬਾਅਦ ਹੀ ਛੱਡ ਦਿੱਤੇ ਗਏ। ਅਜਮੇਰ ਦਾ ਵੀ ਕੋਈ ਕਸੂਰ ਸਾਬਤ ਨਾ ਹੋਇਆ। ਅਸਲ ਦੋਸ਼ੀ ਤਾਂ ਸੁਰਜਨ ਸਿੰਘ ਨੰਬਰਦਾਰ ਸੀ, ਜੋ ਹੁਣ ਇਸ ਸੰਸਾਰ 'ਚ ਨਹੀਂ ਸੀ। ਇਹ ਰਹੱਸ ਬਣਿਆ ਹੋਇਆ ਸੀ ਕਿ ਫਿਰ ਉਹ ਲਾਸ਼ ਕਿਸ ਬੰਦੇ ਦੀ ਸੀ, ਜਿਹਨੂੰ ਮਾਰ ਕੇ ਤੇ ਇਸ ਤਰ੍ਹਾਂ ਬੇਸਿਆਣ ਕਰਕੇ ਡਰੇਨ ਦੇ ਪੁਲ ਥੱਲੇ ਸੁੱਟ ਦਿੱਤਾ ਗਿਆ। ਅੰਗ ਚੌਥਾ। ਖੂਹ, ਭੱਠੀ, ਦਰਵਾਜ਼ਾ, 3 ਥਾਂ ਆਸ਼ਕਾਂ ਦੇ। ਕਦੇ ਇਹ ਖੂਹ ਵੀ ਸੀ ਜਿਹਦੀਆਂ ਚੌਂਕੜੀਆਂ ਉੱਤੇ ਸਵੇਰੇ ਸ਼ਾਮ ਲੋਕ ਆ ਕੇ ਬੈਠਦੇ। ਪਿੰਡ ਦੀਆਂ ਗੱਲਾਂ ਹੁੰਦੀਆਂ, ਵਿੱਚੇ ਆਸ਼ਕ ਹੁੰਦੇ। ਕੰਨ ਚਾਹੇ ਗੱਲਾਂ ਕਰਦੇ ਬੁੜਿਆਂ ਵੱਲ ਹੁੰਦੇ, ਪਰ ਅੱਖਾਂ ਕਿਧਰੇ ਹੋਰ ਪਾਸੇ ਝਾਕਦੀਆਂ। ਘੜੇ ਭਰ ਕੇ ਮੁਟਿਆਰਾਂ ਘਰਾਂ ਨੂੰ ਤੁਰਦੀਆਂ ਤਾਂ ਉਹਨਾਂ ਦੀ ਲੱਕ ਦੇ ਮਰੋੜਿਆਂ ਦੀ ਗਿਣਤੀ ਆਸ਼ਕ ਕਰਦੇ। ਦਿਨ ਖੜੀ ਸੰਤੀ ਝਿਊਰੀ ਦੀ ਭੱਠੀ ਤਪਣ ਲੱਗਦੀ ਤਾਂ ਭੱਠੀ ਦੁਆਲੇ ਮੁਟਿਆਰਾਂ ਦਾ ਖਾਸਾ ਤਕੜਾ ਝੁਰਮਟ ਹੁੰਦਾ। ਕਦੇ ਛੋਲਿਆਂ ਦੇ ਦਾਣੇ ਭੁੱਜਦੇ, ਕਦੇ ਮੱਕੀ ਦੇ ਮੁਰਮੁਰੇ। ਸੁੱਕੀ ਮੱਕੀ ਦੀਆਂ ਖਿੱਲਾਂ ਕੁੜੀ ਦੀਆਂ ਗੱਲਾਂ ਵਾਂਗ ਹੀ ਬੁੜਕ ਬੁੜਕ ਕੜਾਹੀ ਤੋਂ ਪਾਰ ਜਾ ਡਿੱਗਦੀਆਂ। ਆਸ਼ਕ ਮੱਕੀ ਦੀਆਂ ਖਿੱਲਾਂ ਦੇਖੇ ਜਾਂ ਕੁੜੀ ਦੀਆਂ ਗੱਲਾਂ ਦੇ ਟੋਏ ਦੇਖੇ, ਆਪ ਮੁਹਾਰੇ ਬੁੜਕ ਕੇ ਡਿੱਗੀਆਂ ਖਿੱਲਾਂ ਨੂੰ ਜਾੜਾਂ ਥੱਲੇ ਲੈਣ ਨੂੰ ਜੀ ਕਰਦਾ। ਕਦੇ ਕੁੜੀ ਦੀਆਂ ਗੱਲਾਂ ਦੇ ਟੋਇਆਂ 'ਚ ਉਤਰ ਜਾਣ ਨੂੰ ਮਨ ਲਲਚਾਉਂਦੇ। ਭੱਠੀ ਦੇ ਨੇੜੇ ਤੇੜੇ ਕਿਧਰੇ ਬੈਠੇ ਆਸ਼ਕ ਜਿਵੇਂ ਝਿਊਰੀ ਦੀ ਕੜਾਹੀ 'ਚ ਆਪ ਭੁੱਜ ਰਹੇ ਹੁੰਦੇ। ਪਤਾ ਵੀ ਨਹੀਂ ਲੱਗਦਾ ਸੀ ਕਦੋਂ ਕੋਈ ਮੁਰਮੁਰਿਆਂ ਦੀ ਲੱਪ ਮੁੰਡੇ ਦੀ ਝੋਲੀ 'ਚ ਸੁੱਟ ਜਾਂਦੀ। ਬੀਬੋ ਤੇਰੀ ਜੇਬ ਵਿਚਲੇ ਦਾਣੇ ਲੱਗਣ ਮਖਾਣਿਆਂ ਵਰਗੇ। ਤੇ ਦਰਵਾਜ਼ਾ, ਇਹ ਦਰਵਾਜ਼ਾ ਅਖਬਾਰ ਦੇ ਫਲੇ ਵਰਗਾ ਹੁੰਦਾ। ਦਰਵਾਜ਼ੇ ਦੇ ਵਿੱਚ ਵੀ 2 ਲੰਮੀਆਂ ਚੌਂਕੜੀਆਂ ਸੀ ਤੇ 2 ਚੌਰਸ ਚੌਂਕੜੀਆਂ ਦਰਵਾਜ਼ੇ ਦੇ ਬਾਹਰ ਵੀ। ਆਸ਼ਕ ਲੋਕ ਚੌਂਕੜੀਆਂ ਤੇ ਬੈਠੇ ਦੇ ਬੈਠੇ ਸਾਰਾ ਅਗਵਾੜ ਦਰਵਾਜ਼ੇ ਵਿੱਚ ਦੀ ਹੋ ਕੇ ਲੰਘਦਾ। ਇਹ ਦਰਵਾਜ਼ਾ ਮੁੱਖ ਦੁਆਰ ਸੀ ਅਗਵਾੜ ਦਾ। ਦਰਵਾਜ਼ੇ ਦੇ ਅੱਗੋਂ ਦੀ ਲੰਮੀ ਬੀਹੀ ਸੀ, ਜਿੱਥੋਂ ਦੀ ਪਿੰਡ ਦੇ ਹੋਰ ਅਗਵਾੜਾਂ ਦੇ ਲੋਕ ਵੀ ਆਉਂਦੇ ਜਾਂਦੇ। ਦਰਵਾਜ਼ੇ ਵਿੱਚੋਂ ਦੀ ਹੋ ਕੇ ਲੰਘਣ ਵਾਲੀਆਂ ਕੁੜੀਆਂ ਬਹੂਆਂ ਦੀ ਤੋਰ ਬਦਲ ਜਾਂਦੀ। ਮੁੰਡਿਆਂ ਦੀਆਂ ਅੱਖਾਂ ਉਹਨਾਂ ਦੇ ਪੈਰਾਂ ਦੀਆਂ ਅੱਡੀਆਂ ਉੱਤੇ ਹੁੰਦੀਆਂ। ਲੰਘਣ ਵਾਲੀ ਦਾ ਅੰਗ ਅੰਗ ਨਾਪ ਲਿਆ ਜਾਂਦਾ। ਆਸ਼ਕਾਂ ਦੀਆਂ ਨਿਗਾਹਾਂ ਸਾਹਮਣੇ ਚਾਲ ਵਿਗੜ ਜਾਂਦੀ ਜਾਂ ਚਾਲ ਸੰਵਰ ਜਾਂਦੀ, ਰੱਬ ਜਾਣੇ। ਜਿਵੇਂ ਇਹ ਗੱਲਾਂ ਸਦੀਆਂ ਪੁਰਾਣੀਆਂ ਹੋਣ। ਨਾ ਪਿੰਡ 'ਚ ਹੁਣ ਕਿਧਰੇ ਕੋਈ ਭੱਠੀ ਦਿਸਦੀ ਹੈ, ਨਾ ਕੋਈ ਦਰਵਾਜ਼ਾ ਕਿਧਰੇ ਰਹਿ ਗਿਆ, ਤੇ ਦਰਵਾਜ਼ੇ ਦੀਆਂ ਚੌਂਕੜੀਆਂ ਦਾ ਤਸਕਰ ਜਿਵੇਂ ਤਵਾਰੀਖ ਹੋ ਕੇ ਰਹਿ ਗਿਆ ਹੋਵੇ। ਖੂਹ ਵੀ ਕਿੱਥੇ ਹੈ, ਕਿਸੇ ਨੂੰ ਪਤਾ ਹੀ ਨਹੀਂ। ਇਹ ਖੂਹ ਕਿੱਥੇ ਹੁੰਦਾ ਸੀ? ਸ਼ਾਇਦ ਇੱਥੇ ਹੀ ਕਿਤੇ ਹੁੰਦਾ ਸੀ। ਉਹ ਖੂਹ ਨੂੰ ਛਾਂ 'ਚ ਰੱਖਣ ਵਾਲਾ ਬਰੂਟਾ ਵੀ ਨਹੀਂ ਹੈ। ਚੌਂਕੜੀਆਂ ਗਾਇਬ ਹਨ, ਜਿਵੇਂ ਉਹਨਾਂ ਦੀ ਕੋਈ ਹਸਤੀ ਹੀ ਨਹੀਂ ਸੀ। ਨਹੀਂ ਤਾਂ ਕੀ ਨਹੀਂ ਦੁਹਰਾਇਆ ਜਾਂਦਾ ਸੀ ਇਹਨਾਂ ਖੂਹ ਦੀਆਂ ਚੌਂਕੜੀਆਂ ਉੱਤੇ। ਇਹ ਖੂਹ ਕਦੇ ਪਿੰਡ ਦੇ ਬਾਣੀਏ ਬਖਤੌਰੀ ਮੱਲ ਨੇ ਲਗਵਾਇਆ ਸੀ, ਪੁੰਨ ਖਾਤੇ। ਇੱਧਰਲੇ ਅਗਵਾੜਾਂ ਦੇ ਸਾਰੇ ਘਰ ਇੱਥੋਂ ਪਾਣੀ ਭਰਦੇ। ਨਿੱਕੀਆਂ ਇੱਟਾਂ ਦਾ ਖੂਹ, ਨਿੱਕੀਆਂ ਇੱਟਾਂ ਦੀਆਂ ਖੇਲਾਂ, ਨਿੱਕੀਆਂ ਇੱਟਾਂ ਦੇ ਚੁਬਾਰੇ, ਕੁੜੀਆਂ ਮੁੰਡਿਆਂ ਦੀਆਂ ਗੱਲਾਂ ਜਿਵੇਂ ਨਿੱਕੀਆਂ ਨਿੱਕੀਆਂ ਇੱਟਾਂ ਦੀ ਉਸਾਰੀ। ਬੈਠੀ ਰੋਵੇਂਗੀ ਵੱਟਾਂ ਦੇ ਓਹਲੇ, ਯਾਰ ਗੱਡੀ ਚੜ੍ਹ ਜਾਣਗੇ। ਆਸ਼ਕਾਂ ਨੇ ਤਾਂ ਅੱਖਾਂ ਤੱਤੀਆਂ ਕਰਨੀਆਂ ਹੁੰਦੀਆਂ, ਨਹੀਂ ਤਾਂ ਉਹਨਾਂ ਵਿਚਾਰਿਆਂ ਨੇ ਕੀ ਮੰਗਣਾ ਖਾਣਾ ਸੀ। ਭੌਰੇ ਭੁੱਖੇ ਵਾਸ਼ਨਾ ਦੇ ਫੁੱਲ ਤੋੜ ਕੇ ਕਦੇ ਨਾ ਖਾਂਦੇ। ਬਖਤੌਰੀ ਮੱਲ ਦਰਿਆ ਦਿਲ ਬੰਦਾ ਸੀ। ਬਥੇਰੀ ਜ਼ਮੀਨ ਸੀ ਉਹਦੇ ਕਬਜ਼ੇ 'ਚ। ਇਹ ਜ਼ਮੀਨ ਉਹਨੇ ਆਪਣੇ ਹੱਕ ਦੀ ਕਮਾਈ 'ਚੋਂ ਬਣਾਈ ਸੀ। ਬਹੁਤੀ ਜ਼ਮੀਨ ਤਾਂ ਪਿਓ ਦਾਦੇ ਦੀ ਜ਼ਮੀਨ ਸੀ, ਉਹ ਤਾਂ ਬਸ ਮਾਲਕ ਸੀ। ਇਸ ਖੂਹ ਤੋਂ ਦੂਰ ਪਰੇ ਬਾਣੀਆਂ ਦੀਆਂ ਬੇਰੀਆਂ ਸੀ। ਉਸ ਘਣੇ ਜੰਗਲ ਨੂੰ ਬਾਣੀਆਂ ਦੀਆਂ ਬੇਰੀਆਂ ਆਖਦੇ। ਚਾਹੇ ਇਸ 'ਚ ਕਿੱਕਰਾਂ ਵੀ ਸੀ, ਟਾਹਲੀਆਂ ਸਨ, ਜੰਡ ਕਰੀਰ, ਕਿਧਰੇ ਕਿਧਰੇ ਅੰਬਾਂ ਜਾਮਣਾਂ ਦੇ ਵੀ ਰੁੱਖ ਸੀ। ਬਖਤੌਰੀ ਮੱਲ ਦੇਸ ਰਾਜ ਦਾ ਦਾਦਾ ਸੀ। ਉਹ ਤਾਂ ਜੱਟ ਬਾਣੀਆਂ ਸੀ। ਉਹ ਵਿਆਜ ਵੱਟ ਦਾ ਕੰਮ ਨਹੀਂ ਕਰਦਾ ਸੀ। ਉਹਨੂੰ ਤਾਂ ਜ਼ਮੀਨ ਦੀ ਪੈਦਾਇਸ਼ ਹੀ ਬਹੁਤ ਸੀ। ਫਸਲਾਂ ਦੇ ਢੇਰ ਲੱਗੇ ਰਹਿੰਦੇ। ਧਰਮਾਤਮਾ ਬੰਦਾ ਸੀ ਉਹ। ਇਸੇ ਕਰਕੇ ਤਾਂ ਪੁੰਨ ਖਾਤੇ ਏਡਾ ਵੱਡਾ ਖੂਹ ਲਵਾਤਾ। ਪਿੰਡ ਦੇ ਦੂਜੇ ਬਾਣੀਆਂ ਨਾਲੋਂ ਇਹ ਵੱਖਰੀ ਨਸਲ ਦਾ ਆਦਮੀ ਸੀ। ਉਹ ਆਪਣੇ ਮੁੰਡੇ ਧੌਂਕੜ ਮੱਲ ਨੂੰ ਆਖਦਾ ਕਿ ਜਦੋਂ ਉਹ ਮਰ ਗਿਆ ਉਹਨੂੰ ਅਗਵਾੜ ਦੇ ਸਿਵਿਆਂ 'ਚ ਨਹੀਂ ਫੂਕਣਾ, ਬੇਰੀਆਂ 'ਚ ਉਹਦਾ ਸਿਵਾ ਹੋਣਾ ਚਾਹੀਦਾ। ਉਹ ਆਪਣੇ ਖੇਤਾਂ ਦੀ ਮਿੱਟੀ 'ਚ ਸਮਾ ਜਾਣਾ ਚਾਹੁੰਦਾ। ਸ਼ਰੀਕਾਂ 'ਚ ਉਹਦੀ ਕੋਈ ਥਾਂ ਨਹੀਂ ਹੈ। ਉਹ ਆਪਣੇ ਖੇਤਾਂ ਦੇ ਰੁੱਖਾਂ 'ਚ ਮਰੇਗਾ। ਇਹ ਮੇਰੀਆਂ ਬੇਰੀਆਂ ਮੇਰਾ ਸੰਸਾਰ ਨੇ। ਧੌਕੜ ਮੱਲ ਨੇ ਐਵੇਂ ਹੀ ਕੀਤਾ। ਬੇਰੀਆਂ 'ਚ ਬਖਤੌਰੀ ਮੱਲ ਨੂੰ ਫੂਕ ਦਿੱਤਾ ਗਿਆ। ਸਿਵੇ ਵਾਲੀ ਥਾਂ 5 ਡਬਲ ਇੱਟਾਂ ਰੱਖ ਕੇ ਮੱਟੀ ਬਣਾਤੀ। ਮੱਟੀ ਨੂੰ ਕਲੀ ਨਾਲ ਪੋਚ ਦਿੱਤਾ। ਮੱਟੀ ਵਾਲੀ ਥਾਂ ਪਰਿਵਾਰ ਦੀ ਮਾਨਤਾ ਹੋਣ ਲੱਗੀ। ਦੀਵਾਲੀ ਵਾਲੇ ਦਿਨ ਸਵੇਰੇ ਸਵੇਰੇ ਸਾਰਾ ਟੱਬਰ ਬੇਰੀਆਂ 'ਚ ਜਾਂਦਾ। ਮੱਟੀ ਵਾਲੀ ਥਾਂ 7-7 ਮੁੱਠੀਆਂ
ਰੇਤ ਦੀਆਂ ਢੇਰੀਆਂ ਲਾ ਕੇ ਬਖਤੌਰੀ ਮੱਲ ਨੂੰ ਯਾਦ ਕੀਤਾ ਜਾਂਦਾ। ਢੇਰੀ ਉੱਤੇ ਪਾਣੀ ਛਿੜਕ ਕੇ ਜਦੋਂ ਮੱਥਾ ਟੇਕਦੇ ਤੇ ਮਿੱਟੀ ਵਿੱਚੋਂ ਸਰੋਂ ਦੇ ਤੇਲ ਦਾ ਦੀਵਾ ਜਗਾਉਂਦੇ। ਜਿਵੇਂ ਖੂਹ ਭੱਠੀ ਦਰਵਾਜ਼ਾ ਹੁਣ ਕਿਧਰੇ ਨਹੀਂ ਹੈ, ਇਵੇਂ ਬੇਰੀਆਂ ਨਹੀਂ ਹਨ, ਪਰ ਬਾਬੇ ਦੀ ਮੱਟੀ ਕਾਇਮ ਦਾਇਮ ਹੈ। ਵੱਡੇ ਮੀਆਂ ਵੇਲੇ ਇਹਨਾਂ ਬੋਰੀਆਂ ਨੂੰ ਵੱਢ ਦਿੱਤਾ ਗਿਆ ਸੀ। ਧੌਂਕੜ ਮੱਲ ਨੇ ਮੱਟੀ ਵਾਲਾ 4 ਮੰਜਿਆਂ ਜਿੰਨਾ ਖਾਲੀ ਥਾਂ ਛੱਡ ਕੇ ਬਾਕੀ ਸਭ ਗਜ਼ਾਂ ਦੇ ਭਾਅ ਵੇਚ ਦਿੱਤੀ। ਮੀਆਂ ਵੇਲੇ ਜਿਨ੍ਹਾਂ ਗਰੀਬ ਗੁਰਬਿਆਂ ਦੇ ਕੱਚੇ ਮਕਾਨ ਢਹਿ ਢੇਰੀ ਹੋ ਗਈ, ਉਹਨਾਂ ਇਹਨਾਂ ਬੇਰੀਆਂ ਵਾਲੀ ਥਾਂ ਮੁੱਲ ਲੈ ਕੇ ਨਿੱਕੇ ਪੱਕੇ ਮਕਾਨ ਛੱਤ ਲਏ। ਕੁਝ ਸਹਾਇਤਾ ਸਰਕਾਰ ਨੇ ਵੀ ਕੀਤੀ। ਉਦੋਂ ਤਾਂ ਲੱਗਿਆ ਸੀ ਜਿਵੇਂ ਮੁਫਤ ਪੈਸਾ ਵੰਡਿਆ ਗਿਆ ਹੋਵੇ, ਪਰ ਬਾਅਦ 'ਚ ਕਈ ਵਰ੍ਹਿਆਂ ਪਿੱਛੋਂ ਪਟਵਾਰੀ ਫਰਦਾਂ ਚੁੱਕੀ ਫਿਰੇ ਆਖੇ ਉਹ ਪੈਸਾ ਕਰਜ਼ ਦਿੱਤਾ ਗਿਆ ਸੀ, ਹੁਣ ਸਭ ਨੂੰ ਮੋੜਨਾ ਪਏਗਾ। ਗਰੀਬ ਲੋਕ ਹੈਰਾਨ ਪਰੇਸ਼ਾਨ ਸੀ। ਇਹ ਕਿਧਰੋਂ ਜੰਮ ਪਿਆ ਬਈ ਨਵਾਂ ਊਧ ਮੂਲ ਅੰਗ ਪੰਜਵਾਂ। ਧੌਂਕੜ ਨੇ ਉਹ ਕੰਮ ਕੀਤੇ ਜਿਹੜੇ ਬਖਤੌਰੀ ਨੇ ਨਹੀਂ ਕੀਤੇ ਸੀ, ਕਦੇ ਸੋਚਿਆ ਵੀ ਨਹੀਂ ਹੋਏਗਾ। ਬਖਤੌਰੀ ਕੋਲ ਜ਼ਮੀਨ ਬਹੁਤ ਸੀ, ਉਹਦੀ ਪਿੰਡ ਵਿੱਚ ਦੁਕਾਨ ਵੀ ਸੀ। ਦੁਕਾਨ 'ਚ ਸੌਦਾ ਨਹੀਂ ਸੀ, ਬਸ ਬੰਦੇ ਆ ਕੇ ਬੈਠਦੇ, ਗੱਲਾਂ ਕਰਦੇ, ਤੁਰ ਜਾਂਦੇ। ਬਖਤੌਰੀ ਦਾ ਹੁੱਕਾ ਸਵੇਰ ਤੋਂ ਆਥਣ ਤੱਕ ਚੱਲਦਾ ਰਹਿੰਦਾ। ਉਹਦਾ ਹੁੱਕਾ ਉਹਦੇ ਭਾਈਚਾਰੇ ਦੇ ਲੋਕ ਪੀ ਜਾਂਦੇ। ਦਿਨ 'ਚ ਕਈ ਵਾਰ ਉਹ ਚਿਲਮ ਦੀ ਨਵੀਂ ਅੱਗ ਬਦਲਦਾ। ਜੱਟ ਭਾਈਚਾਰਾ ਹੁੱਕੇ ਤੋਂ ਪਰਾਂ ਹੋ ਕੇ ਬੈਠਦਾ। ਵਿਆਜੂ ਪੈਸਾ ਤਾਂ ਬਖਤੌਰੀ ਵੀ ਜੱਟਾਂ ਨੂੰ ਦਿੰਦਾ ਸੀ, ਪਰ ਸੂਤ ਸਿਰੇ ਦਾ ਵਿਆਜ ਲਾਉਂਦਾ, ਚੋਰੀਓਂ ਦਿੰਦਾ, ਕਿਸੇ ਦੀ ਕੋਈ ਗਵਾਹੀ ਨਹੀਂ। ਵਿਆਜੂ ਪੈਸੇ ਦੇਣ ਵਾਲੇ ਦਾ ਅੰਗੂਠਾ ਵੀ ਨਹੀਂ ਲਗਵਾਉਂਦਾ ਸੀ, ਬਸ ਰਕਮ ਆਪਣੀ ਬਹੀ 'ਚ ਲਿਖ ਲੈਂਦਾ ਤੇ ਤਰੀਕ ਪਾ ਦਿੰਦਾ। ਉਹ ਤਾਂ ਐਡਾ ਚੰਗਾ ਬਾਣੀਆ ਸੀ ਕਿ ਵਿਆਜ ਦੇ ਉਤਲੇ ਪੈਸੇ ਛੱਡ ਹੀ ਦਿੰਦਾ। ਬਹੀ ਉੱਤੇ ਨਾਮੇ ਦੀ ਲਕੀਰ ਫੇਰ ਦਿੰਦਾ। ਲਕੀਰ ਫੇਰ ਕੇ ਮੁਸਕਰਾਉਂਦਾ ਆਖਦਾ, ਲੈ ਭਾਈ ਤੇਰਾ ਅਰਥ ਸਰ ਗਿਆ, ਇਹ ਕਿਹੜਾ ਛੋਟੀ ਗੱਲ ਹੈ ਬਈ ਮੂਲ ਮੋੜਤਾ ਤੂੰ। ਰਹੀ ਗੱਲ ਵਿਆਜ ਦੀ, ਇਹ ਪੈਸਾ ਭਾਈ ਨਾਲ ਪੈਸਾ ਲੈ ਕੇ ਮੁੜਦਾ। ਇਹੀ ਤਾਂ ਮਹਾਜਣੀ ਹੈ ਸਾਡੀ। ਪੈਸਾ ਥੋੜ੍ਹਾ ਹੀ ਹੈ, ਅਸੀਂ ਤਾਂ ਸਾਂਭਣ ਵਾਲੇ ਹਾਂ ਭਾਈ। ਫੇਰ ਲੋੜ ਪਵੇ ਫੇਰ ਆ ਜਾਈਂ ਸਿੱਧਾ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਹੋਰ ਦੱਸੋ। ਇਹਨਾਂ ਗੱਲਾਂ ਕਰਕੇ ਹੀ ਪਿੰਡ ਹੁਣ ਤੱਕ ਯਾਦ ਕਰਦਾ ਬਖਤੌਰੀ ਮੱਲ ਨੂੰ। ਪਰ ਧੌਂਕੜ ਮੱਲ ਤਾਂ ਛੋੜੇ ਲਈ ਗਿਆ। ਰਕਮ ਦੇ ਕੇ ਮੂਲ ਉੱਤੇ ਵਧਾਰਾ ਪਹਿਲਾਂ ਹੀ ਲਿਖ ਲੈਂਦਾ। 10 ਰੁਪਈਏ ਸੈਂਕੜਾ ਵਧਾਰਾ ਲਿਖਦਾ, ਮਤਲਬ 1000 ਦੇ ਕੇ 1100 ਲਿਖਦਾ। ਵਿਆਜ 1100 ਉੱਤੇ ਲੱਗਦਾ। ਛਮਾਈ ਪਿੱਛੋਂ ਹਾੜੀ ਸੌਣੀ ਨਾਮਾ ਕਰਦਾ। ਅਗਲੇ ਤੋਂ ਨਾ ਮੁੜਦੇ ਜਾਂ ਥੋੜ੍ਹੇ ਘਣੇ ਹੀ ਮੁੜਦੇ, ਉਹ ਮੂਲ ਤੇ ਵਿਆਜ ਜੋੜ ਕੇ ਫਿਰ ਉਹਦੇ ਉੱਤੇ ਨਵਾਂ ਵਿਆਜ ਸ਼ੁਰੂ ਕਰਦਾ। ਇੰਝ ਧੌਂਕੜ ਦੇ ਪੰਜੇ 'ਚ ਇੱਕ ਵਾਰੀ ਫਸਿਆ ਜੱਟ ਮੁੜ ਕੇ ਤਾਬ ਨਹੀਂ ਆਉਂਦਾ ਸੀ। ਵਿਆਜੂ ਪੈਸਾ ਤਾਂ ਸੌਣ ਦੇ ਘਾਹ ਵਾਂਗ ਵੱਧਦਾ। ਧੌਂਕੜ ਨੇ ਆਪਣੇ ਬਾਪ ਬਖਤੌਰੀ ਮੱਲ ਦੀ ਨੇਕਨਾਮੀ ਖੂਹ 'ਚ ਸੁੱਟਤੀ। ਉਹਦਾ ਸਾਲਾ ਜੋਕ ਹੈ ਜੋਕ, ਜਿਹਨੂੰ ਚੰਬੜ ਜਾਵੇ ਪਿੰਡੇ ਦਾ ਸਾਰਾ ਖੂਨ ਚੂਸ ਕੇ ਲੈਂਦਾ। ਪਿੰਡ ਦੇ ਲੋਕ ਗੱਲਾਂ ਕਰਦੇ, ਪਰ ਜਦੋਂ ਨਕਸਲਵਾੜੀ ਮੁੰਡਿਆਂ ਨੇ ਧੌਂਕੜ ਦਾ ਕਤਲ ਕੀਤਾ ਤਾਂ ਸਾਰੇ ਪਿੰਡ ਨੇ ਸੋਗ ਮਨਾਇਆ। ਆਖ ਰਹੇ ਸੀ, ਪੁੜਪੁੜੀ ਤੇ ਪਿਸਤੌਲ ਰੱਖ ਕੇ ਬਹੀ ਲੈ ਲਈ ਸੀ। ਇਹ ਤਾਂ ਠੀਕ ਸੀ, ਕਈ ਘਰਾਂ ਦਾ ਭਲਾ ਹੋ ਗਿਆ, ਪਰ ਬਾਣੀਏ ਨੂੰ ਜਾਨੋਂ ਨਹੀਂ ਸੀ ਮਾਰਨਾ। ਇਹ ਮਾੜਾ ਕੰਮ ਕੀਤਾ। ਜਦੋਂ ਬਹੀ ਉਹਦੇ ਕੋਲ ਨਾ ਰਹੀ, ਉਹ ਤਾਂ ਆਪੇ ਮਰਿਆ ਵਰਗਾ ਸੀ। ਉਹ ਕਿਤੇ ਇੱਕ ਸੀ, ਪਿੰਡ 'ਚ ਹੋਰ ਕਈ ਧੌਂਕੜ ਸੀ। ਜਾਂ ਤਾਂ ਸਾਰਿਆਂ ਦੀਆਂ ਬਈਆਂ ਫੂਕਦੇ, ਦੂਜਾ ਕੋਈ ਗੱਲ ਚੁੱਕਦਾ, ਤੀਜਾ ਬੋਲਦਾ, ਉਹ ਯਾਰ ਕਿਹੜੇ ਸੀ ਨਕਸਲਵਾੜੀ। ਇਹ ਉਹਨਾਂ ਘਰਾਂ ਦੇ ਮੁੰਡੇ ਸੀ ਜਿਨ੍ਹਾਂ ਦੇ ਘਰਾਂ ਦਾ ਨਾਮਾ ਸੀ ਧੌਂਕੜ ਦੀ ਬਹੀ 'ਚ। ਤਾਂ ਹੀ ਤਾਂ ਅਸਲ ਮੁੰਡਿਆਂ ਨੇ ਉਹਨਾਂ ਨੂੰ ਖਤਮ ਕੀਤਾ। ਆਖੇ ਸਾਡੀ ਵੱਡੀ ਲੜਾਈ ਨੂੰ ਛੋਟੀ ਬਣਾ ਕੇ ਰੱਖਤਾ ਇਸ ਮੁੰਡੀਰ ਨੇ। ਇਹ ਗੱਲਾਂ ਕਈਆਂ ਦੇ ਮੂੰਹ 'ਤੇ ਆਉਂਦੀਆਂ। ਅੰਗ 6ਵਾਂ। ਦੇਸ ਰਾਜ ਦਾ ਮੁੰਡਾ ਤਰਸੇਮ ਜਦੋਂ ਸਕੂਲ 'ਚ ਪੜ੍ਹਦਾ ਸੀ, ਉਦੋਂ ਤੋਂ ਹੀ ਉਹ ਪਿਓ ਦੀ ਦੁਕਾਨ 'ਚ ਦਿਲਚਸਪੀ ਲੈਣ ਲੱਗਿਆ ਸੀ। ਉਹ ਪੜ੍ਹਾਈ ਵਿੱਚ ਵੀ ਪੂਰਾ ਚੁਸਤ ਤੇ ਦੁਕਾਨ ਦੇ ਕੰਮਾਂ ਵਿੱਚ ਵੀ। ਉਹਦਾ ਦਿਮਾਗ ਇੰਨਾ ਤਿੱਖਾ ਸੀ ਜਿਵੇਂ ਕੰਪਿਊਟਰ ਹੋਵੇ। ਉਹ ਇੱਕ ਵਾਰ ਤਾਂ ਪੜ੍ਹਿਆ ਉਹਨੂੰ ਹਮੇਸ਼ਾ ਲਈ ਯਾਦ ਰਹਿੰਦਾ। ਉਹ ਪਤਾ ਨਹੀਂ ਕਿਹੜੇ ਵੇਲੇ ਪੜ੍ਹਦਾ ਜਾਂ ਸਕੂਲ ਦਾ ਕੰਮ ਕਰਦਾ। ਹਰ ਜਮਾਤ 'ਚ ਫਸਟ ਡਿਵੀਜ਼ਨ ਦੇ ਨੰਬਰ ਆਉਂਦੇ। +2 ਸਾਇੰਸ ਦੇ ਵਿਸ਼ਿਆਂ 'ਚ ਪਾਸ ਕੀਤੀ ਤੇ ਫਿਰ ਕਾਲਜ ਦਾਖਲ ਹੋ ਕੇ BSc ਨਾਨ ਮੈਡੀਕਲ ਕਰ ਗਿਆ। ਉਹ ਅੱਗੇ ਵੀ ਪੜ੍ਹਨਾ ਚਾਹੁੰਦਾ ਸੀ। ਦੇਸ ਰਾਜ ਦੀ ਪਹਿਲੀ ਇਹੀ ਵਿਉਂਤ ਸੀ ਕਿ ਆਪਣੇ ਮੁੰਡੇ ਤਰਸੇਮ ਨੂੰ ਖਾਸਾ ਸਾਰਾ ਪੜ੍ਹਾ ਕੇ ਕੋਈ ਅਫਸਰ ਬਣਾਏਗਾ, ਨਹੀਂ ਤਾਂ ਉਹ ਦੁਕਾਨਦਾਰੀ ਦੇ ਕਿੱਤੇ 'ਚ ਬਾਣੀਏ ਦਾ ਬਾਣੀਆ ਬਣ ਕੇ ਰਹਿ ਜਾਏਗਾ। ਦੇਸ ਰਾਜ ਨੂੰ ਗਿਆਨ ਸੀ ਕਿ ਦੁਕਾਨਦਾਰੀ 'ਚ ਗਾਹਕਾਂ ਨਾਲ ਕਿੰਨਾ ਝੂਠ ਮਾਰਨਾ ਪੈਂਦਾ ਹੈ, ਹਰ ਚੀਜ਼ 'ਚ ਕਿੰਨੀ ਕਿਰਸ ਕਰਨੀ ਪੈਂਦੀ ਹੈ। ਦਿਨ ਰਾਤ ਬੰਦਾ ਹਿਸਾਬ ਕਿਤਾਬ ਦੇ ਮਾਮਲਿਆਂ 'ਚ ਉਂਗਲਾਂ ਹੀ ਭੰਨਦਾ ਰਹਿੰਦਾ ਹੈ। ਕਰਿਆੜ ਬੁੱਧੀ ਬਣਾਏ ਬਗੈਰ ਸਰਦਾ ਵੀ ਨਹੀਂ ਹੈ। ਦੇਸ ਰਾਜ ਤਰਸੇਮ ਨੂੰ ਦੁਕਾਨਦਾਰੀ ਤੋਂ ਪਰੇ ਲੈ ਜਾਣਾ ਚਾਹੁੰਦਾ ਸੀ।
ਇਸ ਦੌਰਾਨ ਸ਼ਹਿਰ ਦਾ ਨਵਾਂ ਬੱਸ ਸਟੈਂਡ ਬਣ ਗਿਆ। ਪੁਰਾਣਾ ਬੱਸ ਅੱਡਾ ਹੀ ਕਾਇਮ ਰੱਖਣ ਲਈ ਦੁਕਾਨਦਾਰਾਂ ਨੇ ਨਵੇਂ ਬੱਸ ਸਟੈਂਡ ਦਾ ਬਹੁਤ ਵਿਰੋਧ ਕੀਤਾ। ਉਹਨਾਂ ਦੇ ਰੁਜ਼ਗਾਰ ਦਾ ਸਵਾਲ ਸੀ। ਪੁਰਾਣਾ ਬੱਸ ਅੱਡਾ ਨਹੀਂ ਰਹੇਗਾ ਤਾਂ ਉਹਨਾਂ ਦੀਆਂ ਦੁਕਾਨਾਂ ਵੀ ਨਹੀਂ ਰਹਿਣਗੀਆਂ। ਨਵੇਂ ਬੱਸ ਅੱਡੇ ਦੇ ਵਿਰੋਧ 'ਚ ਦਲੀਲਾਂ ਘੜੀਆਂ ਜਾ ਰਹੀਆਂ ਸੀ। ਲੋਕਾਂ ਨੇ ਚੰਡੀਗੜ੍ਹ ਤੱਕ ਪਹੁੰਚ ਕੀਤੀ। ਅਖਬਾਰਾਂ 'ਚ ਨਵੇਂ ਬੱਸ ਅੱਡੇ ਦੇ ਵਿਰੋਧ 'ਚ ਦਿੱਤੇ ਬਿਆਨ ਛਪਦੇ, ਖਬਰਾਂ ਲੱਗਦੀਆਂ। ਕੁਝ ਲੋਕ ਨਵਾਂ ਬੱਸ ਅੱਡਾ ਕਿਧਰੇ ਹੋਰ ਪਾਸੇ ਲੈ ਜਾਣ ਦੀਆਂ ਸਲਾਹਾਂ ਦਿੰਦੇ, ਪਰ ਨਵਾਂ ਬੱਸ ਅੱਡਾ ਬਣਨਾ ਹੀ ਬਣਨਾ ਸੀ। ਸੋ ਬਣ ਗਿਆ। ਪਹੁੰਚ ਵਾਲੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਚੁੱਕ ਕੇ ਉੱਧਰ ਨਵੇਂ ਬੱਸ ਅੱਡੇ ਵੱਲ ਜਾ ਧਰੀਆਂ। ਨਵੀਆਂ ਦੁਕਾਨਾਂ ਦੇ ਪਲਾਟ ਵਿਕਦੇ ਜਾ ਰਹੇ ਸੀ। ਨਵਾਂ ਬੱਸ ਅੱਡਾ ਐਨ ਪੱਕ ਗਿਆ ਤੇ ਹਰ ਬੱਸ ਜਦੋਂ ਉੱਥੇ ਆ ਕੇ ਖਲੋਣ ਲੱਗੀ ਉੱਥੋਂ ਹੀ ਤੁਰਨ ਲੱਗੀ। ਪੁਰਾਣੇ ਬੱਸ ਅੱਡੇ 'ਚ ਕਾਂ ਪੈਣ ਲੱਗੇ ਤਾਂ ਸ਼ਹਿਰ ਤੋਂ ਨਵੇਂ ਬੱਸ ਅੱਡੇ ਤੱਕ ਦੁਕਾਨਾਂ ਰਾਤੋਂ ਰਾਤ ਉਸਰਨੀਆਂ ਸ਼ੁਰੂ ਹੋ ਗਈਆਂ। ਇਸ ਕਸ਼ਮਕਸ਼ 'ਚ ਦੇਸ ਰਾਜ ਨੂੰ ਵੀ ਆਪਣੀ ਦੁਕਾਨ ਨਵੇਂ ਬੱਸ ਅੱਡੇ ਵੱਲ ਲਿਜਾਣੀ ਪਈ। ਨਵੀਂ ਦੁਕਾਨ ਕਿਉਂਕਿ ਸੈੱਟ ਕਰਨੀ, ਇਸ ਕਰਕੇ ਤਰਸੇਮ ਦੀ ਬਹੁਤ ਜ਼ਰੂਰਤ ਸੀ। ਉਹਨਾਂ ਦਿਨਾਂ 'ਚ ਮੁੰਡੇ ਨੇ ਕੰਮ ਵੀ ਬਹੁਤ ਕੀਤਾ। ਇਕੱਲਾ ਦੇਸ ਰਾਜ ਹੁੰਦਾ ਤਾਂ ਨਵੀਂ ਦੁਕਾਨ ਸੈੱਟ ਹੀ ਨਹੀਂ ਹੋਣੀ ਸੀ। ਅਸ਼ਕੇ ਮੰਨ ਗਿਆ ਦੇਸ ਰਾਜ ਮੁੰਡੇ ਦੇ। ਦਿਨਾਂ ਵਿੱਚ ਹੀ ਤਰਸੇਮ ਨੇ ਦੁਕਾਨ ਦਾ ਸਾਰਾ ਕੰਮ ਸੰਭਾਲ ਲਿਆ। ਦੇਸ ਰਾਜ ਤਾਂ ਸਿਰਫ ਦੁਕਾਨ ਤੇ ਬੈਠਦਾ ਸੀ। ਪਰਾਂ ਇੱਕ ਆਰਾਮ ਕੁਰਸੀ ਲੈ ਕੇ ਬੈਠਾ ਰਹਿੰਦਾ। ਗੱਦੀ ਉੱਤੇ ਤਰਸੇਮ ਬੈਠਦਾ ਸੀ। ਦੇਸ ਰਾਜ ਇੱਧਰ ਉੱਧਰ ਝਾਕੀ ਜਾਂਦਾ ਜਾਂ ਕਦੇ ਕਦੇ ਕਿਸੇ ਨੌਕਰ ਨੂੰ ਝਿੜਕਦਾ। ਸਦਰ ਬਾਜ਼ਾਰ ਵਿਚਲੀ ਟਾਹਲੀ ਵਾਲੀ ਦੁਕਾਨ ਤੋਂ ਮਾਲ ਤਾਂ ਕਈ ਸਾਲ ਪਹਿਲਾਂ ਦਾ ਆਉਣਾ ਬੰਦ ਹੋ ਗਿਆ ਸੀ। ਤਰਸੇਮ ਹੁਣ ਸਿੱਧਾ ਮਾਲ ਮੰਗਵਾਉਂਦਾ। ਪੇਟੀਆਂ ਦੀਆਂ ਪੇਟੀਆਂ ਟਰਾਂਸਪੋਰਟ ਕੰਪਨੀ ਵਾਲੇ ਟਰੱਕ ਉਹਨਾਂ ਦੀ ਦੁਕਾਨ ਅੱਗੇ ਆ ਕੇ ਉਤਾਰਦੇ। ਮਾਲ ਸਾਰਾ ਦਿਨ ਆਉਂਦਾ ਰਹਿੰਦਾ, ਮਾਲ ਸਾਰਾ ਦਿਨ ਜਾਂਦਾ ਰਹਿੰਦਾ। ਪਿੰਡਾਂ ਤੋਂ ਆਈਆਂ ਊਠ ਰੇਹੜੀਆਂ, ਮੈਟਾਡੋਰ, ਨਿੱਕੇ ਟਰੱਕ ਮਾਲ ਦੇ ਭਰਦੇ ਤੇ ਪਿੰਡਾਂ ਨੂੰ ਤੁਰੇ ਜਾਂਦੇ। ਨਿੱਕੀਆਂ ਸਕੂਟਰੀਆਂ ਤੇ ਮੋਟਰਸਾਈਕਲਾਂ ਵਾਲੇ ਛੋਟੇ ਦੁਕਾਨਦਾਰ ਵੀ ਆਉਂਦੇ ਤੇ ਆਪਣੀ ਜ਼ਰੂਰਤ ਅਤੇ ਪਹੁੰਚ ਅਨੁਸਾਰ ਸੌਦਾ ਬੰਨ੍ਹ ਕੇ ਤੁਰਦੇ ਜਾਂਦੇ। ਤਰਸੇਮ ਉਹਨਾਂ ਛੋਟੇ ਦੁਕਾਨਦਾਰਾਂ ਨਾਲ ਵੀ ਬੜਾ ਮੋਹ ਭਰਿਆ ਵਿਹਾਰ ਕਰਦਾ। ਉਹਨੇ ਆਪਣੇ ਪਿਤਾ ਦੇਸ ਰਾਜ ਤੋਂ ਦੁਕਾਨਦਾਰੀ ਦੇ ਗੁਰ ਸਿੱਖੇ ਤੇ ਇੱਕ ਵੱਡਾ ਗੁਰ ਇਹ ਵੀ ਸਿੱਖਿਆ ਕਿ ਗਾਹਕ ਨਾਲ ਮਿੱਠਾ ਬੋਲੋ। ਮਿੱਠੇ ਬੋਲਣ ਨਾਲ ਤਾਂ ਗਾਹਕ ਖੜਾ ਖੜੋਤਾ ਹੀ ਵੱਜ ਜਾਂਦਾ। ਰੇਲਵੇ ਸਟੇਸ਼ਨ ਤੋਂ ਪੁਲਿਸ ਥਾਣੇ ਤੱਕ ਹੀ ਸਦਰ ਬਾਜ਼ਾਰ ਸੀ ਤੇ ਹੁਣ ਜਦੋਂ ਦਾ ਨਵਾਂ ਬੱਸ ਅੱਡਾ ਬਣਿਆ, ਪੁਲਿਸ ਥਾਣੇ ਤੋਂ ਬੱਸ ਅੱਡੇ ਤੱਕ ਜਿਵੇਂ ਇੱਕ ਨਵਾਂ ਸਦਰ ਬਾਜ਼ਾਰ ਬਣ ਗਿਆ ਹੋਵੇ। ਇਉਂ ਵੀ ਕਿਹਾ ਜਾ ਸਕਦਾ ਕਿ ਪੁਲਿਸ ਥਾਣੇ ਤੋਂ ਗਾਂਹ ਬੱਸ ਅੱਡੇ ਤੱਕ ਇਹ ਸਦਰ ਬਾਜ਼ਾਰ ਵਧਾ ਦਿੱਤਾ ਗਿਆ ਸੀ। ਪੁਲਿਸ ਥਾਣੇ ਤੋਂ ਬੱਸ ਅੱਡੇ ਤੱਕ ਇੱਕ ਨਵਾਂ ਅਕਾਲਗੜ੍ਹ ਵਸ ਗਿਆ ਲੱਗਦਾ ਸੀ। ਨਵਾਂ ਬੱਸ ਸਟੈਂਡ ਰੋਡ ਦੇ ਦੋਵੇਂ ਪਾਸੇ ਦੂਰ ਦੂਰ ਤੱਕ ਦੋ ਮਾਲ ਟਾਊਨ ਉਸਰ ਆਏ ਸੀ। ਤਰਸੇਮ ਦਾ ਪਲਾਟ ਵੀ ਨਿਕਲ ਆਇਆ ਸੀ ਤੇ ਇਸ ਪਲਾਟ 'ਚ ਉਹਨੇ ਆਪਣੀ ਸ਼ਾਨਦਾਰ ਕੋਠੀ ਬਣਾਈ ਸੀ। ਪੁਰਾਣੇ ਬੱਸ ਅੱਡੇ ਵੇਲੇ ਦਾ ਆਪਣਾ ਪਹਿਲਾ ਮਕਾਨ ਛੱਡ ਕੇ ਹੁਣ ਇਸ ਨਵੀਂ ਕੋਠੀ 'ਚ ਆ ਕੇ ਰਹਿਣ ਲੱਗੇ ਸੀ। ਕਦੇ ਲੱਗਦਾ ਸੀ ਨਵਾਂ ਬੱਸ ਅੱਡਾ ਸ਼ਹਿਰ ਤੋਂ ਬਹੁਤ ਦੂਰ ਹੈ, ਕੌਣ ਜਾਇਆ ਕਰੇਗਾ ਐਡੀ ਦੂਰ ਰਿਕਸ਼ਾ ਲੈ ਕੇ। ਪਰ ਹੁਣ ਇਹੀ ਬੱਸ ਅੱਡਾ ਲੱਗਦਾ ਹੈ ਜਿਵੇਂ ਸ਼ਹਿਰ ਦੇ ਅੰਦਰ ਹੀ ਹੋਵੇ। ਇੱਕ ਪਾਸੇ ਕਾਰਪੋਰੇਸ਼ਨ ਦੀ ਵਰਕਸ਼ਾਪ, ਦੂਜੇ ਪਾਸੇ ਦੂਰ ਤੱਕ ਨਵੀਆਂ ਕਲੋਨੀਆਂ ਬਣਦੀਆਂ ਜਾ ਰਹੀਆਂ ਸੀ। ਰਾਏਕੋਟ ਲੁਧਿਆਣਾ ਰੋਡ ਤੱਕ ਜਿਵੇਂ ਇੱਕੋ ਅਕਾਲਗੜ੍ਹ ਬਣਿਆ ਹੋਇਆ। ਇੱਧਰਲਾ ਇੱਕ ਪਿੰਡ ਵੀ ਅਕਾਲਗੜ੍ਹ ਦਾ ਹਿੱਸਾ ਬਣ ਕੇ ਰਹਿ ਗਿਆ। ਹੁਣ ਤਰਸੇਮ ਦੀ ਨੌਕਰੀ ਕਿਹਨੂੰ ਯਾਦ ਸੀ? ਘਰ 'ਚ ਨੌਕਰੀ ਦੀਆਂ ਗੱਲਾਂ ਹੀ ਮੁੱਕ ਗਈਆਂ। ਦੇਸ ਰਾਜ ਲਈ ਹੁਣ ਤਰਸੇਮ ਸਭ ਤੋਂ ਵੱਡਾ ਦੁਕਾਨਦਾਰ ਸੀ। ਜਿਨ੍ਹਾਂ ਕਿਸੇ ਅਫਸਰ ਦੀ ਉਹਨੇ ਕਲਪਨਾ ਕੀਤੀ ਸੀ, ਉਹ ਹੁਣ ਨਿਗੂਣੇ ਬਣ ਕੇ ਰਹਿ ਗਏ ਸੀ। ਤਰਸੇਮ ਦੀ ਐਡੀ ਵੱਡੀ ਦੁਕਾਨ ਸਾਹਮਣੇ ਦੇਸ ਰਾਜ ਨੂੰ ਪਤਾ ਹੀ ਨਹੀਂ ਸੀ ਕਿ ਹਰ ਰੋਜ਼ ਸ਼ਾਮ ਤੱਕ ਕਿੰਨੀ ਰਕਮ ਦੁਕਾਨ ਦੇ ਵੱਡੇ ਭਾਰੀ ਗੱਲੇ 'ਚ ਆ ਕੇ ਡਿੱਗਦੀ। ਅਗਲੇ ਦਿਨ ਆਪਣੇ ਇੱਕ ਪੜ੍ਹੇ ਲਿਖੇ ਨੌਕਰ ਨੂੰ ਤਰਸੇਮ ਬੈਂਕ ਭੇਜਦਾ। ਨੌਕਰ ਨੂੰ ਦੇਸ ਰਾਜ ਨੇ ਕਦੇ ਨਹੀਂ ਪੁੱਛਿਆ ਸੀ ਕਿ ਉਹ ਕਿੰਨੀ ਰਕਮ ਬੈਂਕ 'ਚ ਜਮ੍ਹਾਂ ਕਰਾਉਣ ਲਈ ਲੈ ਕੇ ਜਾ ਰਿਹਾ। ਗੱਲੇ ਦੀ ਸਾਰੀ ਰਕਮ ਤਰਸੇਮ ਬੈਂਕ ਨੂੰ ਨਹੀਂ ਭੇਜਦਾ ਸੀ। ਬਸ ਇੰਨੇ ਕੁ ਪੈਸੇ ਬੈਂਕ 'ਚ ਉਹ ਜਮ੍ਹਾਂ ਰੱਖਦਾ ਜਿਨ੍ਹਾਂ ਵਿੱਚ ਡਰਾਫਟ ਜਾਂ ਚੈੱਕ ਵਗੈਰਾ ਦਿੱਤੇ ਜਾ ਸਕਣ। ਬਾਹਰੋਂ ਭੇਜੇ ਮਾਲ ਲਈ ਡਰਾਫਟ ਜਾਂ ਚੈੱਕ ਭੇਜਣਾ ਪੈਂਦਾ, ਪਰ ਹੁਣ ਤਾਂ ਇਹ ਡਰਾਫਟ ਚੈੱਕਾਂ ਦਾ ਸਿਲਸਿਲਾ ਲਗਭਗ ਖਤਮ ਹੀ ਸੀ। ਬੈਂਕ 'ਚ ਪੈਸੇ ਆਨਲਾਈਨ ਜਮ੍ਹਾਂ ਹੋ ਜਾਂਦੇ। ਸਾਰੇ ਦੇਸ਼ 'ਚ ਬੈਂਕਾਂ ਦਾ ਆਨਲਾਈਨ ਸਿਸਟਮ ਸ਼ੁਰੂ ਹੋ ਚੁੱਕਿਆ ਸੀ। ਮਾਡਲ ਟਾਊਨ ਵਾਲੀ ਕੋਠੀ ਦੇ ਤਹਿਖਾਨੇ 'ਚ ਅਲਮਾਰੀਆਂ ਸਨ। ਇਹਨਾਂ ਅਲਮਾਰੀਆਂ 'ਚ 500 ਤੇ ਹਜ਼ਾਰ ਦੇ ਨੋਟਾਂ ਦੀਆਂ ਗੁੱਟੀਆਂ ਪਈਆਂ ਰਹਿੰਦੀਆਂ। ਦੇਸ ਰਾਜ ਤਹਿਖਾਨੇ 'ਚ ਕਦੇ ਉਤਰਿਆ ਹੀ ਨਹੀਂ ਸੀ। ਇਹ ਸਭ ਤਰਸੇਮ ਨੂੰ ਪਤਾ ਸੀ। ਕਦੇ ਕਦੇ ਉਹ ਆਪਣੀ ਘਰਵਾਲੀ ਨੂੰ ਤਹਿਖਾਨੇ 'ਚ ਥੱਲੇ ਲੈ ਕੇ ਜਾਂਦਾ ਤੇ ਪਤਨੀ ਦੀਆਂ ਅੱਖਾਂ 'ਚ ਇੱਕ ਚਕਾਚੌਂਧ ਉਤਰਨ ਲੱਗਦੀ। ਉਹਦੀ ਜ਼ੁਬਾਨ ਬੰਦ ਹੋ ਜਾਂਦੀ, ਜਿਵੇਂ ਜੀਭ ਠੱਕ ਹੀ ਜਾਂਦੀ ਹੋਵੇ। ਪਰ ਉਹਦੇ ਲਈ ਇਹ ਸਭ ਕਾਰੋਬਾਰ ਦੇ ਚਮਤਕਾਰ ਸਨ। ਉਹਦੇ ਪੈਰ ਜ਼ਮੀਨ ਤੋਂ ਤਾਂ ਚੁੱਕੇ ਜਾਂਦੇ, ਜੀਭ ਹਿੱਲਣੀ ਬੰਦ ਹੋ ਜਾਂਦੀ।
ਉਹ ਬਸ ਇੰਨਾ ਸੋਚਦੀ ਕਿ ਉਹਦੇ ਬਾਪ ਨੇ ਕਿੱਡਾ ਵੱਡਾ ਘਰ ਟੋਲ ਕੇ ਉਹਨੂੰ ਦਿੱਤਾ ਹੈ। ਪਰ ਜਿਉਂ ਹੀ ਉਹ ਤਹਿਖਾਨੇ 'ਚੋਂ ਬਾਹਰ ਆਉਂਦੀ ਤਾਂ ਪੈਰ ਜ਼ਮੀਨ ਉੱਤੇ ਲੱਗਦੇ। ਉਹ ਆਪਣਾ ਮਨ ਟਿਕਾਣੇ ਸਿਰ ਕਰਦੀ, ਸ਼ਾਂਤੀ ਭਾਵ ਨਾਲ ਨਿਰਣਾ ਕਰਦੀ ਕਿ ਉਹਦੀ ਸਕੂਲ ਦੀ ਨੌਕਰੀ ਹੀ ਉਹਦੀ ਆਪਣੀ ਹੈ। ਉਹ ਸਿਆਣੀ ਸੀ ਤੇ ਬੇਹੱਦ ਅਕਲਮੰਦ ਕਿ ਬਿਜ਼ਨਸ ਕਦੇ ਵੀ ਫੇਲ ਹੋ ਸਕਦਾ। ਬਿਜ਼ਨਸ ਵਾਲੇ ਤਾਂ ਕਦੇ ਲੱਖਾਂ ਦੇ ਕਦੇ ਕੱਖਾਂ ਦੇ ਵੀ ਨਹੀਂ। ਉਹਦੀ ਸਕੂਲ ਨੌਕਰੀ ਉਹ ਤੋਂ ਕੋਈ ਖੋ ਨਹੀਂ ਸਕਦਾ। ਉਹ ਹੱਕ ਦੀ ਕਮਾਈ ਹੈ ਜੋ ਉਹਦੀ ਆਪਣੀ ਹੈ। ਸਕੂਲ ਦੇ ਮਹਿਕਮੇ 'ਚ ਕੋਈ ਕਰਪਸ਼ਨ ਵੀ ਨਹੀਂ, ਕੋਈ ਰਿਸ਼ਵਤ ਨਹੀਂ। ਇਸ ਮਹਿਕਮੇ ਨੂੰ ਕੋਈ ਖਤਰਾ ਨਹੀਂ। ਆਰਾਮ ਦੀ ਤੇ ਦਿਆਨਤਦਾਰੀ ਦੀ ਨੌਕਰੀ ਹੈ। ਉਹਦੇ ਕੋਲ ਤ੍ਰਿਲੋਕੀ ਦੀ ਮਾਇਆ, ਉਹਦਾ ਇੱਕ ਗੋਗਾ ਪੁੱਤਰ ਹੈ। ਬਸ ਉਹਦੀ ਜ਼ਿੰਦਗੀ ਬਣ ਜਾਏ, ਉਹਦੇ ਲਈ ਇਹੀ ਸਭ। ਅੰਗ 7ਵਾਂ। ਸੋਨੀ ਉਰਫ ਸੁਮਨ ਕਾਂਤਾ MA ਇੰਗਲਿਸ਼ ਤੇ B.Ed ਸੀ। MA ਇੰਗਲਿਸ਼ ਵਿੱਚ ਉਹਦੇ 60% ਨੰਬਰ ਸੀ। ਪਟਿਆਲਾ ਯੂਨੀਵਰਸਿਟੀ ਤੋਂ ਹੀ ਉਹਨੇ MPhil ਕੀਤੀ, ਪਰ ਉਹਨੂੰ ਕਦੇ ਵੀ ਕਾਲਜ ਦੀ ਨੌਕਰੀ ਨਾ ਮਿਲ ਸਕੀ। UGC ਦਾ ਟੈਸਟ ਉਹਨੇ ਕਈ ਵਾਰ ਦਿੱਤਾ ਸੀ, ਪਰ ਕਲੀਅਰ ਨਹੀਂ ਹੋਇਆ। ਉਹਨਾਂ ਦਿਨਾਂ 'ਚ MPhil ਕਰਨ ਨਾਲ ਇਸ ਟੈਸਟ ਦੀ ਲੋੜ ਵੀ ਕੋਈ ਨਹੀਂ ਰਹਿ ਜਾਂਦੀ ਸੀ, ਪਰ ਪਬਲਿਕ ਸਰਵਿਸ ਕਮਿਸ਼ਨ ਵਾਲੇ ਹਰ ਵਾਰ ਉਹਨੂੰ ਰੱਦ ਕਰ ਦਿੰਦੇ। ਸਿਫਾਰਸ਼ਾਂ ਦੇ ਚੱਕਰ ਮੁੱਢ ਤੋਂ ਹੀ ਚੱਲਦੇ ਆਏ ਹਨ। ਫਿਰ ਤਾਂ ਸਿਫਾਰਸ਼ਾਂ ਵੀ ਪਿੱਛੇ ਰਹਿ ਗਈਆਂ, ਪੈਸਾ ਹੀ ਪੈਸਾ ਝੋਕਿਆ ਜਾਣ ਲੱਗਾ। ਉਹਦੇ ਬਾਪ ਸਕੂਲ ਮਾਸਟਰ ਕੋਲ ਨਾ ਪੈਸਾ ਸੀ ਤੇ ਨਾ ਇੰਨੀ ਤਕੜੀ ਕੋਈ ਸਿਫਾਰਿਸ਼। ਅਖੀਰ ਸੋਮੀ ਨੂੰ B.Ed ਕਰਵਾ ਦਿੱਤੀ ਤੇ ਨੌਕਰੀ ਮਿਲ ਗਈ। ਉਹ ਵੇਲੇ ਚੰਗੇ ਸੀ, ਪਹਿਲਾਂ ਐਡਹੌਕ ਤੇ ਲੱਗੀ, ਫਿਰ ਪੱਕੀ ਹੋ ਗਈ। ਇਸ ਸਾਰੇ ਸੰਘਰਸ਼ ਵਿੱਚ ਸੋਮੀ ਦੀ ਉਮਰ ਵੱਡੀ ਹੁੰਦੀ ਗਈ। ਉਹ 30 ਨੂੰ ਟੱਪ ਚੁੱਕੀ ਸੀ ਜਦੋਂ ਇੱਕ ਹਟਵਾਣੀਏ ਨਾਲ ਉਹਦਾ ਵਿਆਹ ਹੋ ਗਿਆ। ਦੇਸ ਰਾਜ ਲਈ ਤਾਂ ਬਹੁਤ ਵੱਡੀ ਨਿਹਮਤ ਸੀ ਕਿ ਉਹਦਾ ਬੇਰੁਜ਼ਗਾਰ ਪੁੱਤਰ ਇੱਕ ਮਾਸਟਰਨੀ ਨਾਲ ਵਿਆਹਿਆ ਗਿਆ। ਸੁਮਨ ਕਾਂਤਾ ਉਹਦੀ ਨੂੰਹ ਤਾਂ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਸੀ, ਨਾਲੇ ਮਹੀਨੇ ਹਜ਼ਾਰਾਂ ਰੁਪਏ ਦੇ ਨੋਟ ਘਰ ਲੈ ਕੇ ਆਉਂਦੀ। ਤਰਸੇਮ ਸੋਮੀ ਤੋਂ 4 ਸਾਲ ਛੋਟਾ ਸੀ, ਪਰ ਲੱਗਦਾ ਨਹੀਂ ਸੀ। ਤਰਸੇਮ ਦੀ ਸਿਹਤ ਚੰਗੀ ਸੀ। ਐਡਾ ਵੱਡਾ ਕੱਦ, ਮੋਟਾ ਤਾਜ਼ਾ, ਮਾਪਿਆਂ ਦੇ ਕੱਦਾਂ ਉੱਤੇ ਗਿਆ। ਉਹ ਆਪਣੀ ਉਮਰ ਤੋਂ ਵੱਡਾ ਲੱਗਦਾ। ਸੋਮੀ ਵੀ 30 ਦੀ ਨਹੀਂ ਲੱਗਦੀ ਸੀ। ਪਹਿਲੇ ਦਿਨੋਂ ਉਹਨੇ ਆਪਣੇ ਸਰੀਰ ਨੂੰ, ਆਪਣੇ ਚਿਹਰੇ ਨੂੰ ਸਾਂਭ ਕੇ ਰੱਖਿਆ ਸੀ। ਦੂਜੀਆਂ ਬਾਣੀਆਂ ਦੀਆਂ ਕੁੜੀਆਂ ਵਾਂਗ ਅਲਮਾ ਸਲਮਾ ਨਹੀਂ ਖਾਂਦੀ ਪੀਂਦੀ ਸੀ। ਆਪਣੀ ਸਿਹਤ ਦਾ ਖਿਆਲ ਰੱਖਦੀ, ਪਤਲੀ ਪਤੰਗ ਬਣ ਕੇ ਰਹਿਣ ਦੀ ਕੋਸ਼ਿਸ਼ ਕਰਦੀ। ਇੰਨਾ ਥੋੜ੍ਹਾ ਖਾਂਦੀ ਪੀਂਦੀ ਕਿ ਭਾਰ ਵਧੇ ਨਾ। ਵਿਆਹ ਵੇਲੇ 30 ਦੀ ਹੋ ਕੇ ਵੀ ਉਹ 24-25 ਸਾਲ ਦੀ ਲੱਗਦੀ। ਵਿਆਹ ਤੋਂ ਬਾਅਦ ਵੀ ਉਹਨੇ ਬਿਊਟੀ ਪਾਰਲਰ ਜਾਣਾ ਨਹੀਂ ਛੱਡਿਆ ਸੀ। ਇੱਕ ਜਵਾਕ ਜੰਮ ਕੇ ਵੀ ਉਹ ਲੱਗਦੀ ਜਿਵੇਂ ਕੰਜ ਕੁਆਰੀ ਹੋਵੇ। 9ਵੀਂ-10ਵੀਂ 'ਚ ਪੜ੍ਹਦਾ ਮੁੰਡਾ ਗੋਗਾ ਲੱਗਦਾ ਸੀ, ਜਿਵੇਂ ਉਹਦਾ ਦਿਓਰ ਹੋਵੇ। ਗੋਗਾ ਵੀ ਪਿਓ ਵਾਂਗ ਤਕੜਾ ਨਰੋਆ ਸੀ। ਹੁਣ ਕਈ ਸਾਲਾਂ ਤੋਂ ਘਰ 'ਚ ਇਹੋ ਬਹਿਸ ਚੱਲ ਰਹੀ ਸੀ ਕਿ ਸੋਮੀ ਦੀ ਨੌਕਰੀ ਛੁਡਵਾ ਲਈ ਜਾਏ। ਤਰਸੇਮ ਐਡੀ ਵੱਡੀ ਦੁਕਾਨ ਦਾ ਮਾਲਕ ਹੈ, ਕੀ ਚੰਗਾ ਲੱਗਦਾ ਹੈ ਕਿ ਉਹਦੀ ਘਰਵਾਲੀ ਦੂਰ ਕਿਸੇ ਪਿੰਡ ਪੜ੍ਹਾਉਣ ਜਾਂਦੀ ਹੋਵੇ। ਰਿਹਾ ਸਵਾਲ ਉਹਦੀ ਤਨਖਾਹ ਦਾ। ਜਿੰਨੀ ਤਨਖਾਹ ਹਰ ਮਹੀਨੇ ਉਹ ਘਰ ਲੈ ਕੇ ਆਉਂਦੀ ਹੈ, ਉਹ ਤੋਂ 5 ਗੁਣਾ ਵੱਧ ਤਾਂ ਉਹ ਆਪਣੇ ਨੌਕਰਾਂ ਨੂੰ ਦਿੰਦਾ ਹੈ। ਉਹ ਪੂਰੀ ਕੋਸ਼ਿਸ਼ ਵਿੱਚ ਸੀ ਕਿ ਸੋਮੀ ਸਕੂਲ ਅਧਿਆਪਕ ਦੀ ਨੌਕਰੀ ਛੱਡ ਦੇ ਤੇ ਘਰ 'ਚ ਸਠਾਣੀ ਬਣ ਕੇ ਰਹੇ, ਪੈਨਸ਼ਨ ਲੈ ਲਵੇ, ਜਿੰਨੀ ਵੀ ਬਣਦੀ ਠੀਕ ਹੈ। ਇਹੀ ਕਾਰਨ ਸੀ ਕਿ ਤਰਸੇਮ ਸੋਮੀ ਨੂੰ ਕੋਠੀ ਦੇ ਤਹਿਖਾਨੇ 'ਚ ਪੌੜੀਆਂ ਉਤਾਰ ਕੇ ਲੈ ਜਾਂਦਾ ਤੇ ਕੰਧਾਂ ਦੀਆਂ ਅਲਮਾਰੀਆਂ 'ਚ 500, 1000 ਦੇ ਨੋਟਾਂ ਦੀਆਂ ਥਈਆਂ ਦੇ ਦਰਸ਼ਨ ਕਰਵਾਉਂਦਾ। ਨੋਟਾਂ ਦੀਆਂ ਥਈਆਂ ਦੀ ਚਕਾਚੌਂਧ 'ਚ ਪਾ ਕੇ ਉਹਦੀ ਨਿਗੂਣੀ ਨੌਕਰੀ ਦੀ ਗੱਲ ਛੇੜਦਾ। ਸੋਮੀ ਸੁਣ ਲੈਂਦੀ, ਪਰ ਬੋਲਦੀ ਕੁਝ ਨਹੀਂ ਸੀ। ਉਹਨੂੰ ਨੋਟਾਂ ਦੀ ਚਕਾਚੌਂਧ ਤੋਂ ਡਰ ਲੱਗਦਾ। ਸੋਮੀ ਦੇ ਅਧਿਆਪਕ ਬਾਪ ਨੇ ਕੁੱਟ-ਕੁੱਟ ਕੇ ਉਹਦੇ ਦਿਮਾਗ 'ਚ ਭਰਿਆ ਹੋਇਆ ਸੀ ਕਿ ਔਰਤ ਲਈ ਆਪਣੇ ਪੈਰਾਂ 'ਤੇ ਖੜੇ ਰਹਿਣਾ ਕਿੰਨਾ ਜ਼ਰੂਰੀ ਹੈ। ਔਰਤ ਆਪਣੇ ਪਤੀ ਦੇ ਸਹਾਰੇ ਕਿਉਂ ਆਪਣੀ ਸਾਰੀ ਜ਼ਿੰਦਗੀ ਗੁਜ਼ਾਰ ਦੇਵੇ, ਉਹਦੇ ਪੈਰ ਦੀ ਜੁੱਤੀ ਬਣ ਕੇ ਕਿਉਂ ਰਹੇ। ਲੜਕੀ ਨੂੰ ਪੜ੍ਹਨਾ, ਕੋਈ ਕੰਮ ਸਿੱਖਣਾ, ਫਿਰ ਨੌਕਰੀ 'ਤੇ ਹੋਣਾ 2 ਗੱਲਾਂ ਕਰਕੇ ਬਹੁਤ ਜ਼ਰੂਰੀ ਹੈ। ਇਸ ਭਾਰਤੀ ਸਮਾਜ 'ਚ ਪਤਨੀ ਦੀ ਪਤੀ ਨਾਲ ਕਦੇ ਵੀ ਅਣਬਣ ਹੋ ਸਕਦੀ ਹੈ। ਮਾਂ ਬਾਪ ਮਰ ਚੁੱਕੇ ਹੁੰਦੇ ਆ, ਉਹਦੀ ਬਾਂਹ ਫੜਨ ਵਾਲਾ ਹੋਰ ਕੋਈ ਨਹੀਂ ਹੁੰਦਾ। ਪਤਨੀ ਆਪ ਨਾ ਕਮਾਉਂਦੀ ਹੋਵੇ ਤਾਂ ਫਿਰ ਸਾਰੀ ਉਮਰ ਪਤੀ ਦੇ ਘਰ ਦਾ ਨਰਕ ਭੋਗਣਾ ਪੈਂਦਾ ਹੈ। ਦੂਜੀ ਗੱਲ, ਰੱਬ ਨਾ ਕਰੇ ਪਤੀ ਕਿਸੇ ਬਿਮਾਰੀ ਨਾਲ ਜਾਂ ਕਿਸੇ ਹਾਦਸੇ 'ਚ ਮਰ ਵੀ ਸਕਦਾ ਹੈ। ਅਜਿਹੀ ਹਾਲਤ 'ਚ ਬੱਚੇ ਹੋਣ ਤਾਂ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ। ਅਜਿਹੇ ਸਮੇਂ ਨੌਕਰੀ ਹੀ ਕੰਮ ਆਉਂਦੀ ਹੈ। ਨੌਕਰੀ ਪੇਸ਼ਾ ਔਰਤ ਦਾ ਤਾਂ 100 ਹੀਲਾ ਬਣ ਸਕਣ ਦੀ ਸੰਭਾਵਨਾ ਹੁੰਦੀ ਹੈ। ਤੀਜੀ ਗੱਲ ਇੱਕ ਹੋਰ ਵੀ ਹੈ ਕਿ ਕਮਾਊ ਔਰਤ ਬਰਾਬਰ ਦਾ ਹੱਕ ਰੱਖਦੀ ਹੈ। ਘਰ ਕਬੀਲਦਾਰੀ ਵਿੱਚ ਅਜਿਹਾ ਨਾ ਹੋਵੇ ਤਾਂ ਹਮੇਸ਼ਾ ਪਤੀ ਦੇ ਹੱਥਾਂ ਵੱਲ ਝਾਕਦੇ ਰਹਿਣਾ ਪੈਂਦਾ ਹੈ। ਨੌਕਰੀ ਕਰਨ ਨਾਲ ਔਰਤ ਆਰਥਿਕ ਤੌਰ ਉੱਤੇ ਆਜ਼ਾਦ ਹੋ ਜਾਂਦੀ ਹੈ। ਜ਼ਿੰਦਗੀ ਜਿਉਣ ਲਈ ਉਹਦੀਆਂ ਵੀ ਕੁਝ ਨਿੱਜੀ ਖਾਹਿਸ਼ਾਂ ਹੁੰਦੀਆਂ ਹਨ।
ਨਿੱਜੀ ਜ਼ਰੂਰਤਾਂ ਹੁੰਦੀਆਂ ਹਨ। ਕਮਾਉਂਦੀ ਹੋਵੇ ਤਾਂ ਮਨ ਦੀ ਇੱਛਾ ਪੂਰੀ ਕਰਨ ਲਈ ਕਿਸੇ ਦੇ ਅਧੀਨ ਹੋ ਕੇ ਨਹੀਂ ਚੱਲਣਾ ਪੈਂਦਾ। ਤਰਸੇਮ ਨੇ ਲੱਖ ਕੋਸ਼ਿਸ਼ ਕੀਤੀ ਕਿ ਸੋਮੀ ਸਕੂਲ ਦੀ ਨੌਕਰੀ ਛੱਡ ਦੇ ਤੇ ਘਰ 'ਚ ਆਰਾਮ ਨਾਲ ਬੈਠੇ। ਉਹਨੂੰ ਕਾਹਦਾ ਘੱਟ ਹੈ। ਪਰ ਇੱਕ ਦਿਨ ਸੋਮੀ ਨੇ ਆਖਰ ਦੀ ਉਹਨੂੰ ਸੁਣਾਤੀ, ਦੇਖ ਤਰਸੇਮ, ਤੂੰ ਚਾਹੇ ਲੱਖਪਤੀ ਕਰੋੜਪਤੀ ਛੱਡ ਅਰਬਪਤੀ ਬਣ ਜਾ, ਪਰ ਮੈਂ ਨੌਕਰੀ ਤਾਂ ਕਰਨੀ ਕਰਨੀ ਹੈ। ਮੈਂ ਇਹ ਨਹੀਂ ਛੱਡਣੀ ਕਦੇ ਵੀ। ਇਹ ਵੀ ਦੱਸਿਆ ਕਿ ਮੈਂ ਪੈਸੇ ਲਈ ਬਿਲਕੁਲ ਨਹੀਂ ਕਰਦੀ, ਸਿਰਫ ਘਰ ਦੇ ਮਾਹੌਲ ਤੋਂ 5-7 ਘੰਟੇ ਬਾਹਰ ਰਹਿਣ ਲਈ ਕਰਦੀ ਹਾਂ। ਆਊਟਿੰਗ ਹੋ ਜਾਂਦੀ ਹੈ, ਉੱਥੇ ਬੱਚਿਆਂ ਨੂੰ ਪੜ੍ਹਾਉਂਦਿਆਂ ਸਾਥੀ ਅਧਿਆਪਕਾਂ ਨਾਲ ਗੱਲਾਂ ਕਰਕੇ ਮੇਰਾ ਸੰਸਾਰ ਬਦਲਿਆ ਰਹਿੰਦਾ ਹੈ। ਤਰਸੇਮ ਨੂੰ ਸੋਮੀ ਦੇ ਆਚਰਨ ਬਾਰੇ ਕਦੇ ਇੱਕ ਰੱਤੀ ਵੀ ਸ਼ੱਕ ਨਹੀਂ ਹੋਇਆ ਸੀ। ਉਹ ਇਹ ਜਾਣਦਾ ਸੀ ਕਿ ਉਹ ਅਜਿਹੀ ਸੀ ਵੀ ਨਹੀਂ। ਉਹਦੇ ਉੱਚ ਕਰੈਕਟਰ ਤੋਂ ਸਭ ਭੈ ਮੰਨਦੇ ਸੀ। ਮੁੜ ਕੇ ਕਦੇ ਤਰਸੇਮ ਨੇ ਨੌਕਰੀ ਛੱਡਣ ਬਾਰੇ ਸੋਮੀ ਨੂੰ ਨਹੀਂ ਆਖਿਆ। ਉਹ ਨਵੇਂ ਬੱਸ ਅੱਡੇ ਤੋਂ ਬੱਸ ਫੜ ਕੇ ਆਪਣੇ ਸਕੂਲ ਜਾਂਦੀ ਤੇ ਛੁੱਟੀ ਬਾਅਦ ਬੱਸ ਲੈ ਕੇ ਹੀ ਵਾਪਸ ਆ ਜਾਂਦੀ। ਨਵੀਂ ਬੱਸ ਅੱਡੇ ਤੋਂ ਉਹਨਾਂ ਦੀ ਕੋਠੀ ਦਾ ਫਾਸਲਾ 5-10 ਮਿੰਟ ਤੋਂ ਵੱਧ ਨਹੀਂ ਸੀ। ਪੈਰੀਂ ਤੁਰ ਕੇ ਹੀ ਘਰ ਪਹੁੰਚ ਜਾਂਦੀ। ਗੋਗਾ ਉਰਫ ਚਰਨਜੀਤ ਛੋਟੀ ਉਮਰ 'ਚ ਹੀ ਬਹੁਤ ਚੁਸਤ ਸੀ। ਸਕੂਲ ਜਾਣ ਤੋਂ ਪਹਿਲਾਂ ਆਪੇ ਹੀ ਛੇਤੀ ਉੱਠ ਕੇ ਬਰੱਸ਼ ਕਰਦਾ, ਨਹਾ ਲੈਂਦਾ। ਸੋਮੀ ਨਾਸ਼ਤੇ ਲਈ ਉਹਦਾ ਪਰਾਂਠਾ ਪਕਾ ਰੱਖ ਜਾਂਦੀ। ਦਹੀਂ ਉਹ ਆਪ ਹੀ ਫਰਿੱਜ ਵਿੱਚ ਉਹ ਕੱਢ ਲੈਂਦਾ। ਨਾਸ਼ਤਾ ਕਰਕੇ ਸਕੂਲ ਨੂੰ ਆਪਣਾ ਸਾਈਕਲ ਲੈ ਕੇ ਤੁਰ ਜਾਂਦਾ। ਦੁਪਹਿਰ ਦੀ ਰੋਟੀ ਵੇਲੇ ਘਰ ਆਉਂਦਾ। ਦਾਦੀ ਉਹਦੇ ਲਈ ਰੋਟੀ ਤਿਆਰ ਕਰੀ ਬੈਠੀ ਹੁੰਦੀ। ਦੋਹਾਂ ਜੀਆਂ ਦਾ ਇੱਕ ਫੈਸਲਾ ਸਮੇਂ ਅਨੁਕੂਲ ਸੀ ਕਿ ਉਹਨਾਂ ਨੇ ਇੱਕੋ ਬੱਚਾ ਪੈਦਾ ਕਰਨਾ, ਦੂਜਾ ਨਹੀਂ। ਪਹਿਲਾ ਬੱਚਾ ਮੁੰਡਾ ਹੋਵੇ ਕੁੜੀ ਹੋਵੇ, ਉਹ ਇੱਕੋ ਬੱਚਾ ਰੱਖਣਗੇ ਤੇ ਦੂਜਾ ਕਦੇ ਵੀ ਪੈਦਾ ਨਹੀਂ ਕਰਨਗੇ। ਸਮਾਂ ਬਦਲ ਚੁੱਕਿਆ ਸੀ। ਕਦੇ ਤਾਂ ਧਾਰਨਾ ਹੁੰਦੀ ਹੈ ਕਿ ਪੁੱਤੀ ਪੁੱਤੀ ਭਾ, ਕੋਈ ਲਿਆਵੇ ਲੱਕੜੀਆਂ ਦੇ ਕੋਈ ਲਿਆਵੇ ਘਾਹ। ਜੱਟਾਂ 'ਚ ਕਦੇ ਕਹਾਵਤ ਹੁੰਦੀ, ਕੱਲੀ ਹੋਵੇ ਨਾ ਬਣਾ 'ਚ ਲੱਕੜੀ, ਕੱਲਾ ਨਾ ਹੋਵੇ ਪੁੱਤ ਜੱਟ ਦਾ। ਇਹ ਕਹਾਵਤਾਂ ਉਸ ਸਮੇਂ ਦੀ ਲੋੜ ਸੀ। ਪਰ ਅੱਜ ਦੇ ਸਮੇਂ 'ਚ ਇੱਕ ਬੱਚੇ ਦੀ ਜ਼ਿੰਦਗੀ ਬਣਾਉਣੀ ਇੱਕ ਬਹੁਤ ਵੱਡਾ ਸੰਘਰਸ਼ ਹੈ। ਬਹੁਤੇ ਬੱਚੇ ਪੈਦਾ ਕਰਨ ਵਾਲੇ ਜੋੜੇ ਨੂੰ ਹਕਾਰਤ ਦੀ ਨਿਗਾਹ ਨਾਲ ਦੇਖਿਆ ਜਾਂਦਾ ਹੈ ਤੇ ਉਹਦਾ ਮਜ਼ਾਕ ਉਡਾਇਆ ਜਾਂਦਾ ਹੈ। ਬਹੁਤੇ ਬੱਚੇ ਪੈਦਾ ਕਰਨ ਦਾ ਜ਼ਮਾਨਾ ਬਹੁਤ ਪਿੱਛੇ ਰਹਿ ਗਿਆ। ਦੌਲਤਪੁਰ ਪਿੰਡ ਦਾ ਇੱਕ ਰਾਮਜੀ ਬਾਣੀਆ ਸੀ। ਉਹਨੇ 6 ਮੁੰਡੇ ਜੰਮੇ, 3 ਕੁੜੀਆਂ। ਉਹਦੇ ਹਾਣੀ ਲੋਕ ਉਹਨੂੰ ਪੁੱਛਦੇ, ਸਾਲਿਆ ਹਰ ਸਾਲ ਤੇਰੀ ਘਰ ਵਾਲੀ ਜਵਾਕ ਜੰਮਦੀ ਹੈ, ਤੇਰੀ ਕੀ ਜ਼ਮੀਨ ਬੁੱਸੀ ਜਾਂਦੀ ਹੈ, ਕਿਉਂ ਢੇਰ ਲਾਈ ਜਾਂਦਾ, ਇੰਨੀ ਹੇੜ ਦਾ ਕੀ ਕਰੇਂਗਾ। ਯਾਰ ਕੀ ਕਰਾਂ ਮੈਂ, ਜਦੋਂ ਮੈਂ ਨਹਾਉਣ ਲੱਗਦਾ ਤੇੜ ਸਮੋਸਾ ਬੰਨਿਆ ਹੁੰਦਾ, ਜੇ ਮੇਰੀ ਤੀਵੀਂ ਨੂੰ ਮੇਰਾ ਨੰਗ ਦਿਸ ਜੇ ਤਾਂ ਉਦੋਂ ਹੀ ਸਾਲੀ ਨੂੰ ਢਿੱਡ ਹੋ ਜਾਂਦਾ। ਫੇਰ ਤਾਂ ਤਰਸੇਮ ਸਗੋਂ ਸੋਮੀ ਦੀ ਮਦਦ ਉੱਤੇ ਉਤਰ ਆਇਆ। ਉਹਨਾਂ ਦਿਨਾਂ 'ਚ ਉਹਦੀ ਪੋਸਟਿੰਗ ਦੂਜੇ ਜ਼ਿਲ੍ਹੇ 'ਚ ਜੋਗਾ ਪਿੰਡ ਦੇ ਹਾਈ ਸਕੂਲ 'ਚ ਸੀ। ਉਹ ਕਦੇ ਕਦੇ ਨੌਕਰਾਂ ਸਹਾਰੇ ਆਪਣੀ ਦੁਕਾਨ ਛੱਡ ਕੇ ਕੋਠੀ 'ਚੋਂ ਆਪਣੀ ਕਾਰ ਬਾਹਰ ਕੱਢਦਾ। ਸੋਮੀ ਨੂੰ ਜੋਗੇ ਸਕੂਲ ਦੇ ਬਾਰ ਮੂਹਰੇ ਤਾਰ ਆਉਂਦਾ। ਪਿੰਡਾਂ ਦੇ ਗਾਹਕ ਉਦੋਂ ਤੱਕ ਆ ਚੁੱਕੇ ਹੁੰਦੇ ਤੇ ਪੁੱਛਦੇ, ਤਰਸੇਮ ਕਿੱਥੇ ਆ। ਨੌਕਰ ਜਵਾਬ ਦਿੰਦੇ, ਬਾਊ ਜੀ ਬੀਬੀ ਜੀ ਨੂੰ ਸਕੂਲ ਛੱਡਣ ਗਏ ਆ, ਹੁਣੇ ਆ ਜਾਂਦੇ, ਤੁਸੀਂ ਸੌਦੇ ਦੀ ਲਿਸਟ ਕੱਢੋ। ਪਿੰਡਾਂ ਦੇ ਲੋਕ ਹੈਰਾਨ ਹੁੰਦੇ, ਯਾਰ ਐਡੀ ਵੱਡੀ ਦੁਕਾਨ ਹੈ, ਐਡਾ ਵੱਡਾ ਸੇਠ ਹੈ ਤਰਸੇਮ ਚੰਦ, ਉਹ ਤੀਵੀਂ ਤੋਂ ਨੌਕਰੀ ਕਿਉਂ ਕਰਾਉਂਦਾ ਹੈ। ਦੇਸ ਰਾਜ ਦੁਕਾਨ 'ਚ ਹੀ ਬੈਠਾ ਹੁੰਦਾ। ਜਵਾਬ ਦਿੰਦਾ, ਭਾਈ ਮੁੰਡੇ ਬਹੂ ਦਾ ਆਪਣਾ ਹੀ ਹਿਸਾਬ ਕਿਤਾਬ ਹੈ, ਇਹ ਤਾਂ ਉਹਨਾਂ ਨੂੰ ਹੀ ਪਤਾ ਹੈ ਭਾਈ। ਇੱਕ ਜ਼ਮਾਨਾ ਸੀ ਜਦੋਂ ਅਕਾਲਗੜ੍ਹ ਦੀਆਂ ਸਭ ਲੇਡੀ ਟੀਚਰਾਂ ਅਕਾਲਗੜ੍ਹ ਦੇ ਸਰਕਾਰੀ ਸਕੂਲਾਂ ਵਿੱਚ ਹੀ ਤਬਦੀਲ ਹੋ ਕੇ ਆ ਚੁੱਕੀਆਂ ਸੀ। ਅਕਾਲਗੜ੍ਹ 'ਚ 2-3 ਸਰਕਾਰੀ ਸਕੂਲ ਸੀ, ਬੰਦਾ ਕੋਈ ਨਹੀਂ। ਸਾਰੇ ਸਕੂਲ ਸਭ ਔਰਤਾਂ ਹੀ ਔਰਤਾਂ ਨਾਲ ਭਰ ਚੁੱਕੇ ਸੀ। ਇਹ ਸਾਰੀ ਰਾਜਨੀਤਿਕ ਪਹੁੰਚ ਸੀ। ਪੰਜਾਬ ਸਰਕਾਰ ਅਕਾਲੀਆਂ ਦੀ ਹੋਵੇ ਜਾਂ ਕਾਂਗਰਸ ਦੀ, ਸਿਫਾਰਸ਼ਾਂ ਹਰ ਸਮੇਂ ਚੱਲਦੀਆਂ। ਵਿਧਾਇਕ ਵੀ ਤਾਂ ਪੈਸੇ ਲੈਂਦੇ ਆ, ਅੱਗੋਂ ਮੰਤਰੀ ਨੂੰ ਵੀ ਝੌਂਕਿਆ ਜਾਂਦਾ। ਮੰਤਰੀ ਸਿੱਧਾ ਨਹੀਂ ਤਾਂ ਆਪਣੇ ਪੀਏ ਰਾਹੀਂ ਲੈ ਲੈਂਦਾ। ਤਰਸੇਮ ਨੇ ਪਤਾ ਕੀਤਾ ਤਾਂ ਗਿਆਨ ਹੋਇਆ ਕਿ ਕਿਸੇ MLA ਨੂੰ ਮਿਲਣ ਦੀ ਲੋੜ ਨਹੀਂ, ਕਿਸੇ ਮੰਤਰੀ ਕੋਲ ਜਾਣ ਦੀ ਲੋੜ ਨਹੀਂ, ਸਿੱਧਾ DPI ਦਫ਼ਤਰ ਜਾਓ, ਕੰਮ ਬਣ ਜਾਂਦਾ। ਤਰਸੇਮ ਕੋਲ ਪੈਸਿਆਂ ਦੀ ਸੰਕੋਚ ਤਾਂ ਕੋਈ ਹੈ ਨਹੀਂ ਸੀ। ਉਹ ਸਿੱਧਾ ਹੀ ਮਿਲਿਆ ਤੇ ਸੁਮਨ ਕਾਂਤਾ ਦੀ ਬਦਲੀ ਅਕਾਲਗੜ੍ਹ ਦੀ ਹੋ ਗਈ। ਮੁੰਡਿਆਂ ਦੇ ਸਰਕਾਰੀ ਹਾਈ ਸਕੂਲ 'ਚ ਮੌਜ ਹੋ ਗਈ। ਮਾਲ ਟਾਊਨ ਤੋਂ ਸਰਕਾਰੀ ਮਾਡਲ ਸਕੂਲ ਕਨੈਟਿਕ ਹੋਂਡਾ ਉੱਤੇ ਸਿਰਫ 10 ਮਿੰਟ ਦਾ ਰਾਹ ਸੀ। ਜਿਵੇਂ ਕੋਠੀ ਤੋਂ ਪਹਿਲਾਂ ਨਵਾਂ ਬੱਸ ਸਟੈਂਡ ਸਿਰਫ 10 ਮਿੰਟਾਂ ਦਾ ਰਾਹ ਸੀ, ਉਵੇਂ ਹੁਣ ਸਰਕਾਰੀ ਹਾਈ ਸਕੂਲ 10 ਮਿੰਟਾਂ ਦਾ ਕਨੈਟਿਕ ਰਾਹ ਸੀ। ਇਹ ਸਕੂਲ ਤਾਂ ਉਹਦੇ ਲਈ ਘਰ ਵਾਂਗ ਹੀ ਸੀ। ਪਰ ਸਰਕਾਰਾਂ ਬਦਲਦੀਆਂ ਹਨ ਤਾਂ ਨਾਲ ਦੀ ਨਾਲ ਉਹਨਾਂ ਦੇ ਕਾਇਦੇ ਕਾਨੂੰਨ ਵੀ ਬਦਲਣ ਲੱਗਦੇ ਹਨ। ਇਸ ਸਰਕਾਰ ਵੇਲੇ ਅਜਿਹਾ ਚੱਕਰ ਚੱਲਿਆ ਕਿ ਸ਼ਹਿਰਾਂ 'ਚ ਧੜਾਈਆਂ ਪੋਸਟਾਂ ਦੀ ਸ਼ਿਫਟਿੰਗ ਸ਼ੁਰੂ ਹੋ ਗਈ। ਉਹ ਪਿੰਡ ਦੇ ਲੋਕਾਂ ਦੀ ਮੰਗ ਅਨੁਸਾਰ ਕੀਤਾ ਗਿਆ ਸੀ। ਪਿੰਡਾਂ ਦੇ ਸਕੂਲਾਂ 'ਚ ਤਾਂ ਕੋਈ ਅਧਿਆਪਕ ਜਾਂ ਅਧਿਆਪਕਾ ਟਿਕਦੇ ਹੀ ਨਹੀਂ ਸੀ।
ਆਉਂਦੇ ਤੇ 1-2 ਸਾਲ ਬਾਅਦ ਜਾਂ 6 ਮਹੀਨਿਆਂ ਦੇ ਅੰਦਰ ਅੰਦਰ ਹੀ ਬਦਲੀ ਕਰਵਾ ਕੇ ਆਪਣੇ ਸ਼ਹਿਰ ਜਾ ਵੜਦੇ। ਪੈਸਾ ਚੱਲਦਾ ਸੀ, ਪੈਸਿਆਂ ਦੀ ਰਾਜਨੀਤੀ ਸੀ। ਪਿੰਡਾਂ ਦੇ ਲੋਕ ਰੋਂਦੇ ਪਿੱਟਦੇ ਰਹਿ ਜਾਂਦੇ। ਅਖੀਰੇ ਫੈਸਲਾ ਹੋਇਆ। ਲੋਕ ਹਿੱਤ 'ਚ ਦੇਖਿਆ ਜਾਏ ਤਾਂ ਉਹ ਫੈਸਲਾ ਠੀਕ ਹੀ ਸੀ। ਸ਼ਹਿਰਾਂ ਦਾ ਸਰਪਲਸ ਸਟਾਫ ਬਦਲ ਕੇ ਮੁੜ ਪਿੰਡਾਂ 'ਚ ਭੇਜਿਆ ਜਾਣ ਲੱਗਿਆ। ਸੁਮਨ ਕਾਂਤਾ ਦੀ ਬਦਲੀ ਰੁੜਕੇ ਕਲਾਂ ਦੀ ਹੋ ਗਈ। ਰੁੜਕੇ ਕਲਾਂ ਕਾਲਗੜ੍ਹ ਤੋਂ ਕੋਈ ਬਹੁਤੀ ਦੂਰ ਨਹੀਂ ਸੀ। ਸਕੂਲ ਸੜਕ 'ਤੇ ਹੀ ਪੈਂਦਾ ਸੀ। ਉਹ ਮਾਡਲ ਟਾਊਨ ਤੋਂ ਪੈਰੀਂ ਤੁਰ ਕੇ ਨਵੇਂ ਬੱਸ ਅੱਡੇ 'ਤੇ ਪਹੁੰਚਦੀ। ਕੋਈ ਵੀ ਬੱਸ ਲੈ ਕੇ ਰੁੜਕੇ ਕਲਾਂ ਜਾ ਉਤਰਦੀ। ਇਹ ਸਕੂਲ ਮਾਨਸਾ ਸਰਸਾ ਰੋਡ ਉੱਤੇ ਸੀ। 10-10 ਮਿੰਟ ਬਾਅਦ ਬੱਸਾਂ ਚੱਲਦੀਆਂ। ਤਰਸੇਮ ਦੇ ਮਨ 'ਚ ਕਦੇ ਲਹਿਰ ਉੱਠਦੀ ਤਾਂ ਰੋਹ ਪਾਉਣ ਲਈ ਉਹ ਕਾਰ ਕੱਢਦਾ, ਸੋਮੀ ਨੂੰ ਰੁੜਕੇ ਕਲਾਂ ਛੱਡ ਆਉਂਦਾ। ਰੁੜਕੇ ਕਲਾਂ ਸੁਮਨ ਕਾਂਤਾ 7 ਸਾਲ ਰਹੀ। ਪਿੰਡਾਂ ਦੇ ਲੋਕਾਂ ਦੀਆਂ ਗੱਲਾਂ ਕਰਨ ਲੱਗਦੀ ਤਾਂ ਇੱਕ ਗੱਲ ਹਮੇਸ਼ਾ ਸੁਣਾਉਂਦੀ ਕਿ ਉਸ ਪਿੰਡ ਵਿੱਚ 2 ਪਰਿਵਾਰਾਂ ਦੀ ਦੁਸ਼ਮਣੀ ਸੀ। ਹਰ ਸਾਲ ਕਤਲ ਹੁੰਦਾ। ਕਦੇ ਇੱਕ ਪਰਿਵਾਰ ਦੂਜੇ ਪਰਿਵਾਰ ਦੇ ਬੰਦੇ ਨੂੰ ਮਾਰ ਦਿੰਦਾ, ਕਦੇ ਦੂਜਾ ਪਰਿਵਾਰ ਦੁਸ਼ਮਣ ਪਰਿਵਾਰ ਦੇ ਬੰਦੇ ਦਾ ਕਤਲ ਕਰਦਾ। ਇੰਜ ਉਹਦੇ 7 ਸਾਲਾਂ ਦੇ ਅਰਸੇ ਦੌਰਾਨ ਉਸ ਪਿੰਡ 'ਚ 9 ਕਤਲ ਹੋਏ। ਦੋਵੇਂ ਪਰਿਵਾਰ ਲਗਭਗ ਖਤਮ ਹੋਣ ਲੱਗੇ, ਪਰ ਬੁੜੀਆਂ ਜਿਉਂਦੀਆਂ ਸੀ। ਇੱਕ ਦਿਨ ਦੋਵੇਂ ਦੁਸ਼ਮਣ ਪਰਿਵਾਰਾਂ ਦੀਆਂ ਬੁੜੀਆਂ, ਮਤਲਬ ਕਤਲ ਹੋ ਚੁੱਕੇ ਮੁੰਡਿਆਂ ਦੀਆਂ ਮਾਵਾਂ, ਸੱਥ 'ਚ ਅਚਾਨਕ ਟੱਕਰ ਗਈਆਂ। ਇੱਕ ਦੂਜੇ ਵੱਲ ਝਾਕੀਆਂ ਤੇ ਧਾਹਾਂ ਮਾਰ ਕੇ ਇੱਕ ਦੂਜੀ ਦੇ ਗਲਾਂ ਨੂੰ ਚਿੰਬੜ ਗਈਆਂ। ਅੱਖਾਂ 'ਚ ਦਰਿਆ ਵਗੇ, ਜੀਭਾਂ ਜਿਵੇਂ ਕੱਟੀਆਂ ਗਈਆਂ ਹੋਣ। ਦੋਵੇਂ ਇਕੱਠੀਆਂ ਹੀ ਬੋਲੀਆਂ ਫੇਰ, ਨੀ ਕੀ ਕੱਢ ਲਿਆ ਤੂੰ, ਨਾਲੇ ਮੈਂ ਟੱਬਰ ਖਤਮ ਕਰ ਲਏ। ਉਹਨਾਂ ਨੂੰ ਸੱਥ 'ਚ ਰੁਦਨ ਕਰਦੀਆਂ ਨੂੰ ਦੇਖਣ ਵਾਲੇ ਵੀ ਅੱਖਾਂ ਭਰੀ ਖੜੇ ਸੀ। ਕਹਿੰਦੇ ਨੇ ਬੁੜੀਆਂ ਦੇ ਮਿਲਾਪ ਤੋਂ ਬਾਅਦ ਫਿਰ ਉਸ ਪਿੰਡ 'ਚ ਮੁੜ ਕੇ ਕੋਈ ਕਤਲ ਨਹੀਂ ਹੋਇਆ, ਜਿਵੇਂ ਰੱਬ ਨੇ ਉਹਨਾਂ ਨੂੰ ਸਮਝਾ ਦਿੱਤਾ ਹੋਵੇ। ਉਹ ਘਰ ਆ ਕੇ ਸੱਸ ਕੋਲ ਗੱਲਾਂ ਕਰਦੀ। ਜੱਟਾਂ ਦੀਆਂ ਦੁਸ਼ਮਣੀਆਂ ਵੀ ਬੁਰੀਆਂ ਤੇ ਜੱਟਾਂ ਦੇ ਪਿਆਰ ਵੀ ਵੱਡੇ। ਇੱਕ ਘਰ ਦੀ ਗੱਲ ਕਰਦੀ, ਉਹਨਾਂ ਦੇ ਪਰਿਵਾਰ 'ਚੋਂ ਕਈ ਜਵਾਕ ਉਹਨਾਂ ਦੇ ਸਕੂਲ 'ਚ ਪੜ੍ਹਦੇ ਆ। ਇੱਕ ਕੁੜੀ ਕਰਮਜੀਤ ਪੜ੍ਹਦੀ ਸੀ, ਜਿਹਦਾ ਬਾਪ ਟਰੈਕਟਰ ਤੋਂ ਡਿੱਗ ਕੇ ਮਰ ਗਿਆ ਸੀ। ਉਹ 4 ਭਰਾ ਸੀ, ਜ਼ਮੀਨ ਸਾਂਝੀ ਸੀ। ਬੁੜਾ ਬਾਪ ਅਜੇ ਜਿਉਂਦਾ ਸੀ। 4 ਭਰਾਵਾਂ ਦੇ ਗਾਂ 2-2 3-3 ਜਵਾਕ ਸੀ। ਟਰੈਕਟਰ ਤੋਂ ਡਿੱਗ ਕੇ ਮਰੇ ਮੁੰਡੇ ਦੀ ਬਹੂ ਕੋਲ 2 ਜਵਾਕ ਸੀ, ਇੱਕ ਮੁੰਡਾ ਇੱਕ ਕੁੜੀ। ਚਾਹੇ ਖੇਤੀ ਦੇ ਕੰਮ 'ਚ ਹੁਣ ਚੌਥੇ ਭਰਾ ਦਾ ਕੋਈ ਯੋਗਦਾਨ ਨਹੀਂ ਸੀ, ਪਰ ਉਹਦੀ ਬਹੂ ਨੂੰ ਪਰਿਵਾਰ ਵਿੱਚ ਹੀ ਪਾਲਿਆ ਜਾ ਰਿਹਾ ਸੀ। ਉਹਨੂੰ ਅਹਿਸਾਸ ਹੀ ਨਹੀਂ ਸੀ ਹੋਣ ਦਿੱਤਾ ਕਿ ਉਹਦੇ ਸਿਰ ਦਾ ਸਾਈਂ ਨਹੀਂ ਹੈ। ਬਰਾਬਰ ਦਾ ਸਭ ਕੁਝ ਮਿਲਦਾ ਉਹਨੂੰ। ਉਹਦੇ ਦੋਵੇਂ ਬੱਚੇ ਬਾਕੀ ਬੱਚਿਆਂ ਵਾਂਗ ਹੀ ਪਾਲੇ ਜਾ ਰਹੇ ਸੀ। ਕੁੜੀ ਕਰਮਜੀਤ ਜਦੋਂ 10 ਜਮਾਤਾਂ ਪਾਸ ਕਰ ਗਈ ਤਾਂ 3 ਭਰਾਵਾਂ ਨੇ ਉਹਦੇ ਵਿਆਹ ਉੱਤੇ ਉਨਾ ਹੀ ਖਰਚ ਕੀਤਾ, ਉਨਾ ਹੀ ਦਾਜ ਦਹੇਜ ਦਿੱਤਾ, ਜਿੰਨਾ ਆਪਣੀਆਂ ਕੁੜੀਆਂ ਨੂੰ ਦਿੱਤਾ ਸੀ। ਧੰਨਵਾਦ।